Good morning, dear students. Our next topic is some important functions and their graphs. ठीक है जी, ਹੁਣ ਆਪਾਂ ਕੋਈ ਇੰਪੋਰਟੈਂਟ ਫੰਕਸ਼ਨਸ ਦੇਖਦੇ ਹਾਂ ਔਰ ਉਹਨਾਂ ਦੇ ਗ੍ਰਾਫਸ ਰੀਡ ਕਰਦੇ ਹਾਂ। ਠੀਕ ਆ, ਫਸਟਲੀ ਆਪਾਂ ਦੇਖ ਚੁੱਕੇ ਸੀਗੇ, ਆਪਾਂ ਐਫ ਫੰਕਸ਼ਨ ਕਿਹਦੇ ਕੋਲ ਰੱਖਦੇ ਹਾਂ? ਵਾਈ ਦੇ। ਮਤਲਬ ਮੇਰਾ ਐਫ ਕਿਹਦੇ ਕੋਲ ਹੁੰਦਾ ਹੈ? ਵਾਈ ਦੇ। ਕੋਈ ਵੀ ਆਪਾਂ ਨੂੰ ਫੰਕਸ਼ਨ ਗਿਵਨ ਹੋਏਗਾ ਉਹਨੂੰ ਮੈਂ ਵਾਈ ਦੇ ਕੋਲ ਰੱਖ ਸਕਦੀ ਹਾਂ। ਯੈਸ, ਠੀਕ ਹੈ ਜੀ। ਹੁਣ ਮੇਰਾ ਫਸਟ ਫੰਕਸ਼ਨ ਆਉਂਦਾ ਹੈ ਕੌਂਸਟੈਂਟ ਫੰਕਸ਼ਨ। ਠੀਕ ਆ, ਹੁਣ ਕੌਂਸਟੈਂਟ ਫੰਕਸ਼ਨ ਕੀ ਕਹਿੰਦਾ ਹੈ? ਕੌਂਸਟੈਂਟ ਫੰਕਸ਼ਨ ਬੋਲਦਾ ਆ f(x) ਇਜ਼ ਇਕੁਅਲ ਟੂ k। ਮਤਲਬ x ਕੁਝ ਵੀ ਹੋਵੇ, x ਦੀ ਵੈਲਿਊ ਕੋਈ ਵੀ ਹੋਵੇ, y ਦੀ ਵੈਲਿਊ ਕੀ ਆਣੀ ਹੈ ਜੀ? ਫਿਕਸ। ਮਤਲਬ y ਇਜ਼ ਇਕੁਅਲ ਟੂ k ਹੋ ਜਾਏਗਾ। f(x) ਇਜ਼ ਇਕੁਅਲ ਟੂ k। f(x) ਕਿਹਦੇ ਕੋਲ ਸੀ? y ਦੇ। ਤਾਂ f(x) ਦੀ ਜਗ੍ਹਾ 'ਤੇ ਕੀ ਹੋ ਗਿਆ? y ਇਜ਼ ਇਕੁਅਲ ਟੂ k। ਹੁਣ ਕਿਹਾ ਕਿ ਆਪਾਂ x ਦੀ ਕੋਈ ਵੀ ਵੈਲਿਊ ਰੱਖ ਦਈਏ, ਕੁਝ ਵੀ ਪੁੱਟ ਕਰ ਦਈਏ ਐਕਸ ਨੂੰ, ਬਟ ਵਾਈ ਦੀ ਮੇਰੀ ਵੈਲਿਊ ਕਿਹੜੀ ਰਹਿਣੀ ਆ? ਆਲਵੇਜ਼ ਫਿਕਸ। ਠੀਕ ਹੈ ਜੀ, ਵਾਈ ਦੀ ਵੈਲਿਊ ਕੀ ਰਹੂਗੀ? ਆਪਣੇ ਕੋਲ ਫਿਕਸ ਰਹੂਗੀ। ਠੀਕ ਹੈ ਜੀ। ਔਰ ਐਕਸ ਕੀ ਆ? ਵਾਈ ਇਜ਼ ਇਕੁਅਲ ਟੂ ਐਕਸ ਆ ਗਿਆ। ਐਕਸ ਕੋਈ ਵੀ ਰੀਅਲ ਨੰਬਰ ਹੋਏਗਾ, ਜੋ ਇੱਕ ਫਿਕਸ ਵੈਲਿਊ ਆਊਗੀ ਨਾ, ਉਹ ਕੀ ਹੋਊਗਾ? ਰੀਅਲ ਵੈਲਿਊ ਹੋਊਗੀ। ਠੀਕ ਹੈ ਜੀ। ਹੁਣ ਆਪਾਂ ਇਹਦੀ ਇੱਕ ਐਰੋ ਡਾਇਗਰਾਮ ਦੇਖ ਲੈਂਦੇ ਹਾਂ। ਐਰੋ ਡਾਇਗਰਾਮ 'ਚ ਮੈਂ ਇੱਧਰ ਲੈ ਲਿਆ 3 -4 -3 -2 -1 0 1 2 3 4। ਠੀਕ ਆ ਜੀ। ਕੋਈ ਵੀ ਮੈਂ ਫੰਕਸ਼ਨ ਲਿਆ f(x) ਇਜ਼ ਇਕੁਅਲ ਟੂ 3। ਠੀਕ ਆ, ਹੁਣ ਦੇਖੋ ਸਾਰਿਆਂ ਦੀ ਇਮੇਜ ਕੀ ਬਣ ਰਹੀ ਆ ਮੇਰੇ ਕੋਲ? 3। ਠੀਕ ਆ ਜੀ। ਹੁਣ ਦੇਖੋ x ਦੀ ਵੈਲਿਊ ਕੋਈ ਵੀ ਹੋਵੇ, y ਦੀ ਵੈਲਿਊ ਫਿਕਸ ਰਹਿਣੀ ਆ। ਦੇਖੋ ਮੈਂ x ਦੀ ਵੈਲਿਊ ਲੈ ਲਈ, x ਅੰਦਰ ਸੀ ਨਾ, x ਦੀ ਵੈਲਿਊ ਲੈ ਲਈ ਮੈਂ 1। ਦੈਨ y ਦੀ ਵੈਲਿਊ ਕਿਹਦੇ ਕੋਲ ਆਣੀ ਹੈ ਦੀ? 3 ਦੇ। ਦੈਨ ਫਿਰ ਮੈਂ ਵੈਲਿਊ ਲੈ ਲਈ x ਦੀ 2, ਕਿਹਦੇ ਕੋਲ ਰਹਿ ਜੂਗੀ? 3 ਦੇ। ਮੈਂ ਲੈ ਲਈ ਵੈਲਿਊ 3 ਦੇ ਕੋਲ ਰਹਿ ਜੂਗੀ 4 ਦੇ ਕੋਲ ਰਹਿ ਜੂਗੀ। ਨੈਗੇਟਿਵ ਟਰਮ 'ਚ ਲੈ ਲਿਆ ਤਾਂ ਉਹ ਵੀ 3 ਰਹੂਗਾ। ਇਹਦਾ ਮਤਲਬ ਕੀ ਹੋ ਗਿਆ ਕਿ ਅੰਦਰਲੀਆਂ ਜੋ ਵੀ ਟਰਮਸ ਸੀ ਇਹ ਕਿਹਦੀਆਂ ਸੀ? x ਦੀਆਂ। x ਕੁਝ ਵੀ ਹੋ ਜਾਵੇ, y ਦੀ ਵੈਲਿਊ ਫਿਕਸ ਰਹਿਣੀ ਆ। ਸੌਰੀ, ਇੱਥੇ 3 ਆਊਗਾ। y ਦੀ ਵੈਲਿਊ ਫਿਕਸ ਹੀ ਰਹੂਗੀ। ਠੀਕ ਹੈ ਜੀ। ਆ ਮੇਰਾ ਕੀ ਸੀ? ਐਫ(x) ਕਿਹਦੇ ਕੋਲ ਸੀਗਾ? y ਦੇ। ਠੀਕ ਹੈ, f(x) ਕਿਹਦੇ ਕੋਲ ਸੀ? y ਦੇ। ਇਟ ਮੀਨਸ ਮੇਰੇ ਕੋਲ ਕੀ ਬਣ ਗਿਆ? y ਇਜ਼ ਇਕੁਅਲ ਟੂ 3, y ਇਜ਼ ਇਕੁਅਲ ਟੂ 3, y is equal to 3, again y is equal to 3, again y is equal to 3। ਆਪਾਂ ਕੀ ਬੋਲਿਆ ਕਿ ਆਪਾਂ x ਅੰਦਰ x ਸੀ ਨਾ, x ਦੀ ਵੈਲਿਊ ਕੋਈ ਵੀ ਰੱਖ ਦਈਏ, y ਦੀ ਵੈਲਿਊ ਫਿਕਸ ਹੀ ਰਹਿਣੀ ਆ। y ਦੀ ਵੈਲਿਊ ਦੇਖੋ ਫਿਕਸ ਹੀ ਆਈ ਆ। ਇਸ ਨੂੰ ਬੋਲਦੇ ਆ ਕੌਂਸਟੈਂਟ ਫੰਕਸ਼ਨ। ਠੀਕ ਹੈ ਜੀ। ਹੁਣ ਕੌਂਸਟੈਂਟ ਫੰਕਸ਼ਨ ਦੀ ਡੋਮੇਨ ਐਂਡ ਰੇਂਜ ਕਿੱਦਾਂ ਹੋਊਗੀ? ਡੋਮੇਨ ਦਾ ਮਤਲਬ ਕੀ ਹੋ ਗਿਆ? ਦੇਖੋ ਕੌਂਸਟੈਂਟ ਫੰਕਸ਼ਨ ਦੀ ਡੋਮੇਨ ਐਂਡ ਰੇਂਜ। ਠੀਕ ਹੈ ਜੀ। ਡੋਮੇਨ ਦਾ ਮਤਲਬ ਹੋ ਗਿਆ ਪੋਸੀਬਲ ਵੈਲਿਊ ਆਫ x, ਪੋਸੀਬਲ ਵੈਲਿਊਜ਼ ਆਫ x। ਠੀਕ ਹੈ ਜੀ। ਔਰ y ਦਾ ਮਤਲਬ ਕੀ ਹੋ ਗਿਆ? ਪੋਸੀਬਲ ਵੈਲਿਊਜ਼ ਆਫ y। ਠੀਕ ਆ। ਹੁਣ ਦੇਖੋ ਐਕਚੁਅਲ ਮੈਂ ਜਦੋਂ ਕੁਝ ਵੀ ਰੱਖਿਆ, 1 -1 ਰੱਖਿਆ, 1 ਰੱਖਿਆ, 2 ਰੱਖਿਆ, 3 ਰੱਖਿਆ, 4 ਰੱਖਿਆ, ਕੁਛ ਵੀ ਰੱਖਿਆ, ਮੇਰੇ ਕੋਲ ਆਨਸਰ ਕਿਹੜਾ ਆ ਗਿਆ? ਇੱਕ ਫਿਕਸ ਵੈਲਿਊ ਆਈ। ਆਨਸਰ ਕਿਹੜਾ ਆ ਗਿਆ? ਇੱਕ ਫਿਕਸ ਵੈਲਿਊ ਕੀ ਆ ਗਈ ਜੀ? 3। ਠੀਕ ਆ, ਠੀਕ ਹੈ ਜੀ। ਰੇਂਜ ਮੇਰੇ ਕੋਲ ਫਿਕਸ ਆਈ ਹੈ 3। ਔਰ ਪੋਸੀਬਲ ਵੈਲਿਊਜ਼ ਆਫ x, ਇਹਦੇ ਵਿੱਚ ਆਪਾਂ ਸਾਰੇ ਕਿਹੜੇ ਲਏ ਆ ਜੀ? ਰੀਅਲ ਨੰਬਰਸ, ਜਿਹਨੂੰ ਤੁਸੀਂ ਆਰ ਨਾਲ ਡਿਨੋਟ ਕਰ ਦੋਗੇ। ਠੀਕ ਆ ਜੀ। ਡੋਮੇਨ ਇਹਦੀ ਕੀ ਆਊਗੀ? ਰੀਅਲ। ਔਰ ਰੇਂਜ ਕੀ ਆਊਗੀ ਇਹਦੀ? ਸੈਟ 3, ਜਿਹਦੇ ਵਿੱਚ ਇੱਕ ਐਲੀਮੈਂਟ ਹੋਏਗਾ 3। ਰੀਅਲ ਕਿੱਦਾਂ? ਮਤਲਬ ਮੈਂ ਉਹਦੇ ਵਿੱਚ ਰੀਅਲ ਨੰਬਰਸ ਰੱਖਿਆ ਸਾਰੇ ਐਕਸ ਦੇ ਵਿੱਚ, -1 1 2 3 4 -2 -5 ਕੁਛ ਵੀ। ਔਰ ਮੇਰੇ ਕੋਲ ਰੇਂਜ ਕਿਹੜੀ ਆਈ? ਇੱਕ ਫਿਕਸ ਆਈ ਆ। तो डोमेन ऑफ कांस्टेंट फंक्शन इज़ रियल, रेंज ऑफ कांस्टेंट फंक्शन इज़ द y इज वैल्यू, पॉसिबल वैल्यू ऑफ द y फिक्सड वैल्यू। ठीक है, कांस्टेंट फंक्शन समझ आया। नैक्सट आप चलते हैं नैक्सट फंक्शन ते। नैक्सट इज़ द आइडेंटिटी फंक्शन। वो देखो की हुंदा है हुण तुहाडा कोई भी आइडेंटिटी फंक्शन की हुंदा है, f(x) फंक्शन इज़ इक्वल टू x। ठीक है जी। अगर देखो मैं थानू इधर रखिया मैं वैल्यूज़ 1 2 3, ठीक है जी, अगे वो मिरर रख देवां तो मिरर दे विच सेम इमेज बनूगी। हुण जदों तुसीं मिरर दे अंदर तुसीं अपनी शक्ल देखदे हो, तुहानूं तुहाडी ही शक्ल दिखदी है ना मिरर दे अंदर। सेम मैं 1 रखूँ 2 रखूँ 3 रखूँ, मिरर दे अगे रखूँ तो उहदे विच मैनूं दिखना भी की है? सेम मिरर इमेज 1 2 3। ठीक है, सेम इमेज जो भी वैल्यू x की होगी उही वैल्यू y की निकलनी है।
ਇਹ ਆਇਡੈਂਟੀਟੀ ਫੰਕਸ਼ਨ ਕੀ ਕਹਿਣਾ ਚਾਹੁੰਦਾ ਕਿ ਜੋ ਵੀ ਤੁਸੀਂ ਵੈਲਿਊ x ਦੀ ਰੱਖਣੀ ਆ ਨਾ ਸੇਮ ਉਹੀ ਵੈਲਿਊ ਕਿਹੜੀ ਹੋਣੀ ਆ y ਦੀ। ਹੁਣ ਆਪਾਂ ਦੇਖ ਚੁੱਕੇ ਸੀ ਆਪਣਾ fx ਕਿਹਦੇ ਕੋਲ ਹੁੰਦਾ ਹੈ ਜੀ y ਦੇ। ਇਟ ਮੀਨਸ ਕੀ ਬਣ ਗਿਆ y fx ਦੀ ਜਗ੍ਹਾ 'ਤੇ y ਹੋ ਗਿਆ ਅਤੇ ਇੱਧਰ ਕੀ ਹੋ ਗਿਆ x। ਜੋ ਵੈਲਿਊ x ਦੀ ਹੋਊਗੀ ਸੇਮ ਉਹੀ ਵੈਲਿਊ y ਦੀ ਹੋਣੀ ਆ। ਇਸ ਨੂੰ ਬੋਲਦੇ ਆ ਆਇਡੈਂਟੀਟੀ ਫੰਕਸ਼ਨ। ਤੁਸੀਂ x ਦੀ ਜਗ੍ਹਾ 'ਤੇ ਕੁਝ ਵੀ ਰੱਖ ਲਓ ਸੇਮ 1 2 3 4 5 ਤਾਂ y ਦੀ ਵੈਲਿਊ ਵੀ ਕੀ ਆਉਣੀ ਆ 1 2 3 4 5। ਠੀਕ ਆ ਜੀ। ਹੁਣ ਦੇਖੋ 1 2 3 1 2 3 ਹੁਣ ਦੇਖੋ 1 1 ਨਾਲ ਕਨੈਕਟ ਆ 2 2 ਨਾਲ ਕਨੈਕਟ ਆ 3 3 ਨਾਲ ਕਨੈਕਟ ਆ। ਮਿਰਰ ਇਮੇਜ 1 ਦੀ ਆ ਨਾ 1 ਦਾ ਮਿਰਰ ਇਮੇਜ 1 2 ਦੀ 2 3 ਦੀ 3। ਤਾਂ ਹੁਣ ਦੇਖੋ fx ਅਗਰ ਮੈਂ x ਨੂੰ 1 ਪੁੱਟ ਕੀਤਾ ਤਾਂ ਕਿਹਦੇ ਕੋਲ ਆ ਗਿਆ 1 ਦੇ। 2 ਪੁੱਟ ਕੀਤਾ ਤਾਂ ਕਿਹਦੇ ਕੋਲ ਆ ਰਿਹਾ ਹੈ 2 ਦੇ। 3 ਪੁੱਟ ਕੀਤਾ ਤਾਂ ਕਿਹਦੇ ਕੋਲ ਆ ਰਿਹਾ ਹੈ 3 ਦੇ। ਔਰ fx ਆਪਣੀ ਕਿਹਦੇ ਕੋਲ ਸੀਗੀ y ਦੇ। ਇਟ ਮੀਨਸ ਮੇਰੇ ਕੋਲ y ਇਜ਼ ਇਕੁਅਲ ਟੂ 1 y ਦੀ 2 ਵੈਲਿਊ y ਦੀ 3 ਵੈਲਿਊ ਇਹੀ ਬਣ ਰਿਹਾ ਨਾ ਜੀ। ਦੇਖੋ x ਨੂੰ 1 ਰੱਖਿਆ y ਦੀ 1 ਬਣ ਗਈ, x ਨੂੰ 2 ਰੱਖਿਆ y ਦੀ ਵੈਲਿਊ 2 ਬਣ ਗਈ, x ਨੂੰ 3 ਰੱਖਿਆ y ਦੀ ਵੈਲਿਊ 3 ਬਣ ਗਈ। ਠੀਕ ਹੈ ਜੀ। ਤਾਂ ਆਇਡੈਂਟੀਟੀ ਫੰਕਸ਼ਨ ਕੀ ਬੋਲਦਾ ਹੈ ਸੇਮ ਇਮੇਜ ਬਣਨੀ ਆ y ਦੀ ਵੀ ਔਰ x ਦੀ ਵੀ। ਠੀਕ ਆ। ਹੁਣ ਡੋਮੇਨ ਆਫ ਆਇਡੈਂਟੀਟੀ ਫੰਕਸ਼ਨ ਔਰ ਰੇਂਜ ਆਫ ਆਇਡੈਂਟੀਟੀ ਫੰਕਸ਼ਨ ਕਿੱਦਾਂ ਬਣੇਗਾ। ਡੋਮੇਨ ਮਤਲਬ x ਦੀਆਂ ਵੈਲਿਊਜ਼। ਠੀਕ ਆ ਜੀ। ਰੇਂਜ ਮਤਲਬ y ਦੀਆਂ ਵੈਲਿਊਜ਼। ਹੁਣ ਦੇਖੋ x ਦੀਆਂ ਵੈਲਿਊਜ਼ ਮੈਂ ਕੋਈ ਵੀ ਪੁੱਟ ਕਰ ਸਕਦੀ ਹਾਂ -1 1 2 3 ਪੋਜ਼ੀਟਿਵ ਨੈਗੇਟਿਵ ਸਾਰੀਆਂ ਵੈਲਿਊਜ਼। ਇਟ ਮੀਨਸ ਉਹ ਰੀਅਲ ਵੈਲਿਊਜ਼ ਹੋ ਜਾਣਗੀਆਂ ਨਾ ਰੀਅਲ ਨੰਬਰ। ਦੈਨ ਅਗਰ ਮੈਂ ਰੀਅਲ ਨੰਬਰ ਵਿੱਚ ਪੁੱਟ ਕੀਤੇ ਨੈਗੇਟਿਵ ਦੇ ਪੋਜ਼ੀਟਿਵ ਦੇ ਤਾਂ ਆਨਸਰ ਵੀ ਮੇਰਾ y ਦਾ ਕਿਹੜਾ ਆ ਜਾਊਗਾ ਸੇਮ ਆਉਣਾ ਚਾਹੀਦਾ ਨੈਗੇਟਿਵ ਦਾ ਜਾਂ ਪੋਜ਼ੀਟਿਵ ਦਾ। ਠੀਕ ਹੈ। ਅਗਰ ਇੱਧਰ -1 ਆਉਂਦਾ y ਵੀ ਮੇਰੀ -1 ਆਉਣੀ ਚਾਹੀਦੀ। ਇੱਧਰ ਪੋਜ਼ੀਟਿਵ 1 ਆਇਆ ਇੱਧਰ ਵੀ ਪੋਜ਼ੀਟਿਵ 1 ਆ ਗਿਆ। ਤਾਂ ਇਟ ਮੀਨਸ ਇਹਦਾ ਆਨਸਰ ਕਿਤੇ ਤੱਕ ਚਲੇ ਜਾਊਗਾ -∞ ਟੂ ਪੋਜ਼ੀਟਿਵ ਇਨਫਿਨਿਟੀ। ਦੈਨ ਰੇਂਜ ਆਫ ਆਇਡੈਂਟੀਟੀ ਫੰਕਸ਼ਨ ਇਜ਼ ਆਲਸੋ -∞ ਟੂ ਪੋਜ਼ੀਟਿਵ ਇਨਫਿਨਿਟੀ। ਮਾਈਨਸ ਦੇ ਨੰਬਰ ਪੁੱਟ ਕਰੋ ਜਾਂ ਫਿਰ ਪੋਜ਼ੀਟਿਵ ਦੇ ਨੰਬਰ ਪੁੱਟ ਕਰੋ ਆਨਸਰ ਤੁਹਾਡਾ ਸੇਮ ਹੀ ਆਉਣਾ। ਜੇ ਮਾਈਨਸ ਪੁੱਟ ਕੀਤਾ ਤਾਂ ਮਾਈਨਸ ਦੇ, ਅਗਰ ਪੋਜ਼ੀਟਿਵ ਪੁੱਟ ਕੀਤਾ ਤਾਂ ਪੋਜ਼ੀਟਿਵ ਦੇ। ਠੀਕ ਹੈ ਜੀ। ਨੈਕਸਟ ਆ ਗਿਆ ਐਬਸੋਲਿਊਟ ਵੈਲਿਊ ਫੰਕਸ਼ਨ fx ਇਜ਼ ਇਕੁਅਲ ਟੂ ਮੋਡ x। ਦੇਖੋ ਜੋ ਆ ਹੁੰਦੀ ਹੈ ਨਾ ਟਰਮ ਆ ਦੋ ਇਹਨਾਂ ਨੂੰ ਕੀ ਬੋਲਦੇ ਆ ਮੋਡੂਲਸ ਜਾਂ ਫਿਰ ਮੋਡ। ਠੀਕ ਆ। ਇਹਨਾਂ ਦਾ ਕੰਮ ਕੀ ਆ ਕਿ ਇਹਦੇ ਵਿੱਚ ਕਿਹੜੇ ਨੰਬਰਸ ਪੁੱਟ ਕਰੋ ਤੁਸੀਂ ਮੋਡ 'ਚ ਨੈਗੇਟਿਵ ਨੰਬਰ ਪੁੱਟ ਕਰੋ ਜਾਂ ਪੋਜ਼ੀਟਿਵ ਨੰਬਰ ਪੁੱਟ ਕਰੋ ਆਨਸਰ ਤੁਹਾਡਾ ਆਲਵੇਜ਼ ਪੋਜ਼ੀਟਿਵ ਹੀ ਆਉਣਾ। ਦੇਖੋ ਅਗਰ ਮੈਂ ਇਹਦੇ ਵਿੱਚ ਰੱਖਾਂ ਪੋਜ਼ੀਟਿਵ ਦਾ 2 ਆਨਸਰ ਮੇਰਾ ਕਿਹੜਾ ਆ ਗਿਆ ਪੋਜ਼ੀਟਿਵ ਦਾ 2। ਅਗਰ ਮੈਂ ਇਹਦੇ ਵਿੱਚ ਰੱਖਾਂ ਨੈਗੇਟਿਵ ਦਾ 2 ਠੀਕ ਆ ਤਾਂ ਫਿਰ ਮੋਡ ਇਹਦੇ ਵਿੱਚ ਹਟ ਕੇ ਕੀ ਬਣ ਜਾਂਦਾ ਹੁੰਦਾ ਮੂਹਰੇ ਮਾਈਨਸ ਲਗਾ ਦਿੰਦਾ ਹੈ ਮਾਈਨਸ ਵਾਲੇ ਨਾਲ। ਤਾਂ ਅੰਦਰ ਵੈਲਿਊ ਇਸ ਕਿੰਨੀ ਸੀ -2 ਮਾਈਨਸ ਪਲੱਸ ਦਾ 2। ਲੱਗੀ ਸਮਝ। ਦੇਖੋ ਇੱਕ ਹੋਰ ਐਗਜ਼ਾਮਪਲ ਦੇਖ ਲਓ। ਇਹਦੇ ਵਿੱਚ ਰੱਖਿਆ ਮੈਂ 3 ਪੋਜ਼ੀਟਿਵ ਦਾ ਆ ਤਾਂ ਪੋਜ਼ੀਟਿਵ ਨੇ ਬਾਹਰ ਆਣ ਕੇ ਪੋਜ਼ੀਟਿਵ ਹੀ ਰਹਿ ਜਾਣਾ ਆ। ਬਟ ਅਗਰ ਮੈਂ ਇਹਦੇ ਅੰਦਰ ਨੈਗੇਟਿਵ ਰੱਖਤਾ ਨੈਗੇਟਿਵ ਨੇ ਵੀ ਬਾਹਰ ਆਣ ਕੇ ਪੋਜ਼ੀਟਿਵ ਹੀ ਬਣ ਜਾਣਾ। ਕਿੱਦਾਂ ਜਦੋਂ ਨੈਗੇਟਿਵ ਨੰਬਰ ਬਾਹਰ ਆਉਂਦਾ ਹੈ ਨਾ ਤਾਂ ਮੋਡੂਲਸ ਆਪਣੇ ਆਪ ਨੂੰ ਖ਼ਤਮ ਕਰਕੇ ਮੂਹਰੇ ਮਾਈਨਸ ਲਗਾ ਦਿੰਦਾ ਆ। ਮਾਈਨਸ ਲਗਾਤਾ ਠੀਕ ਹੈ ਜੀ। ਬਟ ਅੰਦਰ ਕੀ ਆ ਰਹੀ ਸੀ ਵੈਲਿਊ -3 ਤਾਂ ਮਾਈਨਸ ਪਲੱਸ ਦਾ 3। ਇਟ ਮੀਨਸ ਮੋਡ ਦਾ ਕੀ ਕੰਮ ਆ ਮੋਡ ਨੇ ਆਲਵੇਜ਼ ਪੋਜ਼ੀਟਿਵ ਨੂੰ ਪੋਜ਼ੀਟਿਵ ਰਹਿਣ ਦੇਣਾ ਨੈਗੇਟਿਵ ਨੂੰ ਵੀ ਬਾਹਰ ਆਣ ਕੇ ਪੋਜ਼ੀਟਿਵ ਬਣਾ ਦੇਣਾ। ਠੀਕ ਹੈ ਜੀ। ਉਹਨੂੰ ਬੋਲਦੇ ਆ ਮੋਡੂਲਸ ਫੰਕਸ਼ਨ ਵੀ ਬੋਲਦੇ ਆ ਐਬਸੋਲਿਊਟ ਫੰਕਸ਼ਨ ਵੀ ਬੋਲ ਦਿੰਦੇ ਆ। ਠੀਕ ਆ। ਹੁਣ ਦੇਖੋ ਇਹਦੇ ਵਿੱਚ ਰੇਂਜ ਔਰ ਡੋਮੇਨ ਕਿੱਦਾਂ ਹੋਊਗੀ। ਡੋਮੇਨ ਐਂਡ ਰੇਂਜ ਆਫ ਮੋਡੂਲਸ ਜਾਂ ਫਿਰ ਐਬਸੋਲਿਊਟ ਫੰਕਸ਼ਨ। ਹੁਣ ਡੋਮੇਨ ਦੇਖੋ ਮੈਂ ਮੋਡ ਦੇ ਵਿੱਚ ਕੋਈ ਵੀ ਵੈਲਿਊ ਰੱਖ ਸਕਦੀ ਹਾਂ। 0 ਰੱਖ ਦੇਵਾਂ -1 ਰੱਖ ਦੇਵਾਂ -2 ਰੱਖ ਦੇਵਾਂ ਪੋਜ਼ੀਟਿਵ ਦਾ 1 ਰੱਖ ਦੇਵਾਂ ਆਨਸਰ ਆਲਵੇਜ਼ ਪੋਜ਼ੀਟਿਵ 'ਚ ਆਉਣਾ 0 1 2 1 ਆਨਸਰ ਆਲਵੇਜ਼ ਪੋਜ਼ੀਟਿਵ 'ਚ ਆਉਣਾ ਆ। ਤਾਂ ਡੋਮੇਨ ਮਤਲਬ ਕੀ ਹੋ ਗਿਆ ਕਿ ਇਹਦੇ ਵਿੱਚ ਰੀਅਲ ਨੰਬਰਸ ਮੈਂ -∞ ਟੂ ਪੋਜ਼ੀਟਿਵ ਇਨਫਿਨਿਟੀ ਤੱਕ ਦੇ ਨੰਬਰ ਪੁੱਟ ਕਰ ਸਕਦੀ ਹਾਂ। ਮਾਈਨਸ ਦੇ ਨੰਬਰ ਪੁੱਟ ਕਰ ਸਕਦੀ ਹਾਂ ਮੈਂ ਪੋਜ਼ੀਟਿਵ ਦੇ ਨੰਬਰ ਪੁੱਟ ਕਰ ਸਕਦੀ ਹਾਂ। ਆਨਸਰ ਆਲਵੇਜ਼ ਕਿਹ 'ਚ ਆਉਣਾ ਮੇਰਾ ਪੋਜ਼ੀਟਿਵ। ਆਪਾਂ ਇੱਥੇ ਦੇਖ ਹੀ ਲਿਆ ਆ। ਠੀਕ ਆ। ਦੈਨ ਰੇਂਜ ਕੀ ਹੁੰਦੀ ਆ ਹੁਣ ਡੋਮੇਨ x ਹੁੰਦੀ ਆ ਨਾ x ਨੂੰ ਮੈਂ ਨੈਗੇਟਿਵ ਵੀ ਪੁੱਟ ਕਰ ਸਕਦੀ ਹਾਂ ਪੋਜ਼ੀਟਿਵ ਵੀ ਪੁੱਟ ਕਰ ਸਕਦੀ ਹਾਂ। ਠੀਕ ਆ। ਤਾਂ ਉਹਨੇ ਆਲਵੇਜ਼ ਬਾਹਰ ਆਣ ਕੇ ਪੋਜ਼ੀਟਿਵ ਹੀ ਹੋਣਾ ਆ। ਹੁਣ ਆ ਗਈ ਗੱਲ ਰੇਂਜ ਦੀ। ਰੇਂਜ ਦਾ ਆਨਸਰ ਕੀ ਆਊਗਾ ਰੇਂਜ ਦਾ ਆਨਸਰ ਆਲਵੇਜ਼ ਕਿੱਦਾਂ ਆਊਗਾ 0 ਤੋਂ ਲੈ ਕੇ ਪੋਜ਼ੀਟਿਵ ਇਨਫਿਨਿਟੀ ਤੱਕ। ਕਿਉਂ ਦੇਖੋ ਹੁਣ ਮੈਂ ਅਗਰ ਦੇਖੋ ਰੇਂਜ ਕੀ ਹੁੰਦੀ ਆਪਣੀ y ਹੁਣ ਮੈਂ ਇਹਦੇ ਵਿੱਚ x ਦੀਆਂ ਵੈਲਿਊਜ਼ ਪੁੱਟ ਕਰੀ ਜਾਂਦੀ ਹਾਂ ਆਨਸਰ ਮੇਰਾ ਕਿਹਦਾ ਨਿਕਲਦਾ y ਦਾ ਹੀ ਨਿਕਲਣਾ ਹੁੰਦਾ ਆ। ਠੀਕ ਆ ਜੀ। ਹੁਣ ਨੈਗੇਟਿਵ ਇਹਦੇ ਵਿੱਚ ਪੁੱਟ ਕਰੀ ਜਾਂਦੀ ਹਾਂ x ਦੇ ਵਿੱਚ ਤਾਂ ਆਨਸਰ ਕਿਹੜੇ ਨਿਕਲਦੇ ਆ ਪੋਜ਼ੀਟਿਵ ਦੇ। ਮਤਲਬ
ਨੈਗੇਟਿਵ ਪੁੱਟ ਕਰਨ 'ਤੇ ਮੇਰੇ ਕੋਲ ਆਂਸਰ ਕਿਹਦੇ ਨਿਕਲਦੇ ਆ, ਵਾਈ ਦੇ ਪੋਜ਼ੀਟਿਵ ਆਂਸਰਸ। ਅਗਰ ਮੈਂ 0 ਦਾ ਮੋਡ ਕਰੂੰਗੀ ਆਂਸਰ ਇਜ਼ 0, ਕਿਉਂਕਿ 0 ਨਾ ਨੈਗੇਟਿਵ ਹੁੰਦੀ ਆ ਨਾ ਪੋਜ਼ੀਟਿਵ ਹੁੰਦੀ ਆ। ਬਟ ਅਗਰ ਮੈਂ ਇਹ 'ਚ ਪੁੱਟ ਕਰਤਾ -1 ਤਾਂ ਉਹਨੇ ਕੀ ਹੋ ਜਾਣਾ ਹੈ, -1 ਇਜ਼ ਇਕੁਅਲ ਟੂ ਪੋਜ਼ੀਟਿਵ ਦਾ ਮਾਈਨਸ ਪਲੱਸ ਆਂਸਰ ਇਜ਼ ਪੋਜ਼ੀਟਿਵ। ਇਟ ਮੀਨਸ ਮੇਰੀ ਰੇਂਜ ਕਦੇ ਵੀ ਨੈਗੇਟਿਵ ਆਊਗੀ ਹੀ ਨਹੀਂ। ਰੇਂਜ ਮੇਰੀ 0 ਤੋਂ ਲੈ ਕੇ ਪੋਜ਼ੀਟਿਵ ਇਨਫਿਨਿਟੀ ਤੱਕ ਜਾਊਗੀ। ਔਰ ਡੋਮੇਨ ਐਬਸੋਲਿਊਟ ਫੰਕਸ਼ਨ ਦੀ -ਇਨਫਿਨਿਟੀ ਟੂ ਇਨਫਿਨਿਟੀ, ਮਤਲਬ ਐਕਸ ਕਿਹੜੀ ਹੁੰਦੀ ਆ, ਇਹੀ ਐਕਸ ਦੇ ਵਿੱਚ ਕੋਈ ਵੀ ਤੁਸੀਂ ਨੈਗੇਟਿਵ ਪੋਜ਼ੀਟਿਵ ਨੰਬਰ ਭਰ ਦਿਓ, ਠੀਕ ਆ। ਰੇਂਜ ਮਤਲਬ ਵਾਈ ਦਾ ਆਂਸਰ ਤੁਹਾਡਾ ਆਲਵੇਜ਼ 0 ਆਊਗਾ ਜਾਂ ਫਿਰ ਪੋਜ਼ੀਟਿਵ ਇਨਫਿਨਿਟੀ ਤੱਕ ਆਊਗਾ, ਠੀਕ ਆ ਜੀ। ਆ ਦੇਖੋ ਆਪਾਂ ਕੱਢ ਕੇ ਇੱਥੇ ਦਿਖਾਈ ਦਿੱਤੇ, ਆ ਦੇਖੋ ਐਕਸ ਕਿਸੇ 2, ਵਾਈ ਦਾ ਆਂਸਰ ਪੋਜ਼ੀਟਿਵ 2, ਐਕਸ -2, ਵਾਈ ਦਾ ਆਂਸਰ ਪੋਜ਼ੀਟਿਵ 2, ਐਕਸ -3, ਵਾਈ ਦਾ ਆਂਸਰ ਪੋਜ਼ੀਟਿਵ 3। ਮਤਲਬ ਵਾਈ ਆਲਵੇਜ਼ ਪੋਜ਼ੀਟਿਵ 'ਚ ਆਉਂਦੀ ਆ। ਐਕਸ 0, ਵਾਈ ਦਾ ਆਂਸਰ ਇਜ਼ 0, ਐਕਸ -1, ਵਾਈ ਦਾ ਆਂਸਰ ਇਜ਼ ਪੋਜ਼ੀਟਿਵ 1, ਠੀਕ ਆ ਜੀ। ਐਬਸੋਲਿਊਟ ਦਾ ਗ੍ਰਾਫ ਕਿੱਦਾਂ ਬਣ ਸਕਦਾ ਹੈ, ਇਸ ਤਰ੍ਹਾਂ ਦੇਖੋ, ਨੈਗੇਟਿਵ ਤੋਂ ਇਕੁਅਲ ਔਰ ਪੋਜ਼ੀਟਿਵ, ਠੀਕ ਆ। ਇੱਧਰ ਨੈਗੇਟਿਵ ਟਰਮਸ ਆ ਸਕਦੀਆਂ, ਇੱਥੇ 0 ਇਕੁਐਲਿਟੀ ਜਾਂਦਾ ਹੁੰਦਾ, ਇੱਧਰ ਸਾਰੀਆਂ ਟਰਮਸ ਕਿਹੜੀਆਂ ਆਉਂਦੀਆਂ, ਪੋਜ਼ੀਟਿਵ। ਨੈਕਸਟ ਆ ਗਿਆ ਆਪਣਾ ਗ੍ਰੇਟੈਸਟ ਇੰਟੀਜਰ ਫੰਕਸ਼ਨ। ਇਹ ਕੀ ਬੋਲਦਾ ਹੈ, f(x) ਇਜ਼ ਇਕੁਅਲ ਟੂ x। ਆ ਜੋ ਸਿੰਬਲ ਆ, ਇਸ ਸਿੰਬਲ ਨੂੰ ਕੀ ਬੋਲਦੇ ਆ, ਗ੍ਰੇਟੈਸਟ ਇੰਟੀਜਰ ਫੰਕਸ਼ਨ, ਠੀਕ ਆ ਜੀ। ਇਸ ਸਿੰਬਲ ਨੂੰ ਕੀ ਬੋਲਦੇ ਆ, ਗ੍ਰੇਟੈਸਟ ਇੰਟੀਜਰ ਫੰਕਸ਼ਨ। ਹੁਣ ਦੇਖੋ ਬੋਲਦਾ ਕੀ ਹੈ ਗ੍ਰੇਟੈਸਟ ਇੰਟੀਜਰ ਫੰਕਸ਼ਨ, ਇਹ ਆ ਦਿਸ ਇਜ਼ ਦ ਗ੍ਰੇਟੈਸਟ ਇੰਟੀਜਰ ਫੰਕਸ਼ਨ, the greatest integer, ਇਹ ਕੀ ਆ, greatest integer which is less or equal to x। ਮਤਲਬ ਆ ਕਿਹੜਾ ਜੋ ਸਾਈਨ ਸੀਗਾ ਇਹਨੂੰ ਕੀ ਬੋਲਦਾ, ਗ੍ਰੇਟੈਸਟ ਇੰਟੀਜ਼ਰ। ਉਹਦੇ ਅੰਦਰ ਮੈਂ ਇੱਕ ਕੋਈ ਵੀ ਫੰਕਸ਼ਨ ਵੈਲਿਊ ਰੱਖੀ ਹੈ x, ਠੀਕ ਹੈ ਜੀ। ਉਹਨੇ ਕੀ ਬੋਲਿਆ, ਦਿਸ ਮਤਲਬ ਦਿਸ ਵੈਲਿਊ, ਦਿਸ ਇਜ਼ ਦ ਗ੍ਰੇਟੈਸਟ ਇੰਟੀਜ਼ਰ, this is the greatest integer which is less or equal, which is less or equal to x, मतलब x ਦੇ ਇਕੁਅਲ ਜਾਂ ਫਿਰ x ਤੋਂ ਘੱਟ, ਠੀਕ ਆ। ਕੋਈ ਵੀ ਇਹਦੇ ਵਿੱਚ ਜੋ ਐਲੀਮੈਂਟ ਪਿਆ, ਜੋ ਨੰਬਰ ਪਿਆ, ਡਿਜਿਟ ਪਿਆ, ਉਹ ਕੀ ਹੋ ਜਾਊਗਾ, ਲੈਸ ਔਰ ਇਕੁਅਲ। ਫੋਰ ਐਗਜ਼ਾਮਪਲ ਤੋਂ ਤੁਹਾਨੂੰ ਸਮਝ ਲੱਗ ਜੂਗਾ ਜਲਦੀ। ਦੇਖੋ ਮੇਰੇ ਕੋਲ ਆ ਫੰਕਸ਼ਨ ਪਿਆ ਆ ਗ੍ਰੇਟੈਸਟ ਇੰਟੀਜਰ ਫੰਕਸ਼ਨ। ਹੁਣ ਉਹਨਾਂ ਨੇ ਮੈਨੂੰ x ਦੀ ਵੈਲਿਊ ਦੇ ਦਿੱਤੀ ਹੈ ਜੀ 2.1, x ਦੀ ਵੈਲਿਊ ਕੀ ਦਿੱਤੀ 2.1, ਕਹਿੰਦੇ ਚੈੱਕ ਕਰੋ ਗ੍ਰੇਟੈਸਟ ਇੰਟੀਜਰ ਫੰਕਸ਼ਨ। ਮੈਂ ਕੀ ਬੋਲਿਆ ਆ, ਲੈਸ ਔਰ ਇਕੁਅਲ, ਗ੍ਰੇਟਰ ਦੀ ਤਾਂ ਗੱਲ ਹੀ ਨਹੀਂ, ਮਤਲਬ ਗ੍ਰੇਟਰ ਵਾਲੀ ਗੱਲ ਹੀ ਨਹੀਂ ਕੀਤੀ, ਲੈਸ ਔਰ ਇਕੁਅਲ ਬੋਲਿਆ, ਉਹ ਵੀ ਇਸ ਵੈਲਿਊ 'ਤੇ। ਅਤੇ ਹੁਣ ਦੱਸੋ ਮੈਨੂੰ x ਦੀ ਜਗ੍ਹਾ 'ਤੇ 2 ਪੁਆਇੰਟ ਰੱਖਿਆ ਆਪਾਂ, x ਦੀ ਜਗ੍ਹਾ 'ਤੇ ਮੈਂ 2.1 ਰੱਖਿਆ ਨਾ। ਹੁਣ 2.1 ਤੋਂ ਲੈਸ ਕਿਹੜੇ ਕਿਹੜੇ ਇੰਟੀਜ਼ਰਸ ਆ, 2.1 ਤੋਂ ਲੈਸ ਕਿਹੜੇ ਕਿਹੜੇ ਇੰਟੀਜ਼ਰਸ ਆ ਦੱਸੋ। ਪੋਜ਼ੀਟਿਵ ਦਾ 2.1 ਆ, ਉਹ ਤੋਂ ਲੈਸ ਕੀ ਹੋ ਗਿਆ 2, ਉਹ ਤੋਂ ਲੈਸ ਕੀ ਹੋ ਗਿਆ 1, ਫਿਰ 0, -1, -2, ਆਹੀ ਸਾਰੇ ਤੁਸੀਂ ਕਹੋਗੇ, ਠੀਕ ਹੈ। ਤੁਸੀਂ ਸਾਰੇ ਦੇ ਨੰਬਰ ਇਹੀ ਦੱਸੋਗੇ 2.1 ਤੋਂ ਲੈਸ ਕਿਹੜੇ ਇੰਟੀਜ਼ਰਸ ਆ, ਦਿਸ 1, ਠੀਕ ਹੈ ਜੀ, ਇਹੀ ਹੋਣਗੇ। ਹੁਣ ਮੈਂ ਇਹਨਾਂ 'ਚੋਂ ਬੋਲੂੰਗੀ ਕਿ ਸਭ ਤੋਂ ਇਹਨਾਂ ਜੋ ਤੁਸੀਂ ਨੰਬਰ ਦੱਸਿਆ ਇਹਨਾਂ ਤੋਂ ਇਹਨਾਂ 'ਚੋਂ ਗ੍ਰੇਟੈਸਟ ਨੰਬਰ ਕਿਹੜਾ ਆ, ਤੁਸੀਂ ਬੋਲੋਗੇ 2। ਫਸਟਲੀ ਕੀ ਆ, ਮੈਂ ਪੁੱਛੂੰਗੀ ਕਿ ਵੀ 2.1 ਤੋਂ ਲੈਸ ਇੰਟੀਜ਼ਰ ਕਿਹੜੇ ਆ, ਘੱਟ ਇੰਟੀਜ਼ਰ ਕਿਹੜੇ ਆ, ਤੁਸੀਂ ਸਾਰੇ ਲਿਖੋਗੇ 2, 1, 0, -1, -2 ਅਪ ਟੂ ਸੋ ਔਨ। ਬਟ ਮੈਂ ਬੋਲੂੰਗੀ ਫਿਰ ਜਿਹੜੇ ਤੁਸੀਂ ਨੰਬਰ ਦੱਸਿਆ ਉਹਨਾਂ ਦੇ ਵਿੱਚੋਂ ਗ੍ਰੇਟੈਸਟ ਨੰਬਰ ਕਿਹੜਾ ਆ, ਤੁਸੀਂ ਬੋਲੋਗੇ 2, ਅਤੇ ਇਹਦਾ ਆਨਸਰ ਕਿਹੜਾ ਹੋਊਗਾ ਜੀ 2, ਠੀਕ ਆ। ਹੁਣ ਇੱਕ ਹੋਰ ਦੇਖ ਲਓ, ਮੈਂ ਇਹਦੇ ਵਿੱਚ ਬੋਲਿਆ ਕਿ 3.4 ਰੱਖਿਓ, ਠੀਕ ਆ। ਤਾਂ x ਦੀ ਵੈਲਿਊ ਆਪਾਂ ਕਿੰਨੀ ਰੱਖੀ ਆ 3.4। ਹੁਣ ਮੈਂ ਤੁਹਾਨੂੰ ਬੋਲਿਆ ਕਿ 3.4 ਤੋਂ ਘੱਟ ਇੰਟੀਜ਼ਰ ਕਿਹੜੇ ਕਿਹੜੇ ਹੋਣਗੇ, ਤੁਸੀਂ ਦੱਸੋਗੇ 3, 2, 1, 0, -1, -2, -3 ਅਪ ਟੂ ਸੋ ਔਨ। ਹੁਣ ਮੈਂ ਬੋਲੂੰਗੀ ਇਹਨਾਂ ਦੇ ਵਿੱਚੋਂ ਗ੍ਰੇਟੈਸਟ ਨੰਬਰ ਕਿਹੜਾ ਹੈ, ਤੁਸੀਂ ਬੋਲੋਗੇ 3, ਤੋਂ ਕੀ ਆ ਜਾਊਗਾ 3, ਠੀਕ ਹੈ ਜੀ। ਹੁਣ ਆ ਗਿਆ ਅਗਰ ਮੈਂ ਬੋਲਾਂ -3.1 x ਦਾ ਨੰਬਰ ਆਪਾਂ ਰੱਖਿਆ ਆ, ਠੀਕ ਆ। ਹੁਣ ਮੈਂ ਪੁੱਛੂੰਗੀ ਵੀ ਤੁਸੀਂ ਹੁਣ ਦੱਸੋ ਇਹਦੇ ਵਿੱਚ ਕਿਹੜੇ -3.1 ਤੋਂ ਕਿਹੜੇ ਕਿਹੜੇ ਲੈਸ ਆ ਰਿਹਾ, ਤਾਂ ਕੀ ਆ ਜਾਊਗਾ -4, -5, ਠੀਕ ਆ, -5, -6 ਅਪ ਟੂ
ਸੋ ਹਾਂ ਫਿਰ ਮੈਂ ਤੁਹਾਨੂੰ ਬੋਲੂੰਗੀ ਇਹਨਾਂ 'ਚੋਂ ਗ੍ਰੇਟੈਸਟ ਕਿਹੜਾ ਹੈ, ਤੁਸੀਂ ਬੋਲੋਗੇ ਜੀ -4, ਅਤੇ ਇਹਦਾ ਆਂਸਰ ਕਿਹੜਾ ਆਊਗਾ -4। ਹੁਣ ਅਗਰ ਮੈਂ ਬੋਲਦਾ ਐਕਸ ਦੀ ਵੈਲਿਊ 2 ਰੱਖੀ ਆ, ਠੀਕ ਹੈ ਜੀ, ਅਤੇ ਇਹਦਾ ਆਂਸਰ ਕਿੰਨਾ ਆਊਗਾ 2। ਆਪਾਂ ਇਹੀ ਗੱਲ ਬੋਲੀ ਸੀ ਨਾ, ਲੈਸ ਔਰ ਇਕੁਅਲ। ਆ ਤੁਹਾਨੂੰ ਸਾਰੀਆਂ ਮੈਂ ਲੈਸ ਵਾਲੀਆਂ ਇਕੁਏਸ਼ਨਸ ਦਿਖਾਤੀਆਂ ਪ੍ਰੂਵ ਕਰਕੇ। ਹੁਣ ਆ ਹੋਊਗੀ ਇਕੁਅਲ ਵਾਲੀ, ਜਿਹਦੇ ਵਿੱਚ ਪ੍ਰੋਪਰ ਇੰਟੀਜ਼ਰ ਆ ਜਾਵੇ, ਠੀਕ ਹੈ ਜੀ, ਜਿਹਦੇ ਵਿੱਚ ਪ੍ਰੋਪਰ ਇੰਟੀਜ਼ਰ ਆ ਜਾਵੇ ਉਹਨੂੰ ਆਪਾਂ ਬੋਲਣਾ 2। ਇਹਨਾਂ ਦੇ ਵਿੱਚ ਪੁਆਇੰਟਸ ਆਉਂਦੇ ਸੀ ਨਾ, ਤਾਂ ਆਪਾਂ ਇੰਟੀਜ਼ਰ ਬਣਾਇਆ ਸੀਗਾ। ਹੁਣ ਇਹਦੇ ਵਿੱਚ ਤਾਂ ਆਈ ਪ੍ਰੋਪਰ ਇੰਟੀਜ਼ਰ ਰਿਹਾ ਆ, ਤਾਂ ਆਂਸਰ ਇਜ਼ 2। ਇੱਕ ਵਾਰੀ ਲਾਈਨ 'ਤੇ ਵੀ ਪ੍ਰੈਜੈਂਟ ਕਰਕੇ ਦੇਖ ਲੈਂਦੇ ਹਾਂ। ਦੇਖੋ ਇੱਥੇ ਨੰਬਰ ਪਿਆ ਮੇਰਾ 0 1 1 2 3 4 -1 -2 -3 -4, ਠੀਕ ਹੈ ਜੀ। ਹੁਣ ਮੈਂ ਤੁਹਾਨੂੰ ਬੋਲਿਆ ਆ ਕਿ ਇਹਨਾਂ ਦੇ ਵਿੱਚੋਂ ਮੇਰੇ ਕੋਲ 2.1 ਦੀ ਵੈਲਿਊ ਆਈ ਸੀ। 2.1 ਦੀ ਵੈਲਿਊ ਆਪਾਂ ਕੀ ਲਿਖਿਆ 2, ਠੀਕ ਆ। ਤੁਸੀਂ ਦੇਖੋ 2.1 ਇੱਥੇ ਕਿਤੇ ਲਾਈ ਕਰੂਗਾ, ਬਟ ਉਹ ਤੋਂ ਪਿੱਛੇ ਜਾਣਾ ਆ, ਠੀਕ ਹੈ ਜੀ। ਪਿੱਛੇ ਜਾਣਾ ਮਤਲਬ ਲੈਸ ਜਾਣਾ ਹੈ, ਤਾਂ ਉਹਨਾਂ ਤੋਂ ਆਹ ਲੈਸ ਗਏ, ਆਹ ਸਾਰੇ ਨੰਬਰ ਆਉਂਦੇ ਆ, ਬਟ ਇਹਨਾਂ ਸਾਰੇ ਨੰਬਰਸ ਤੋਂ ਗ੍ਰੇਟੈਸਟ ਕਿਹੜਾ ਸੀਗਾ, ਗ੍ਰੇਟੈਸਟ ਨੰਬਰ 2, ਤਾਂ ਆਪਣਾ ਲਾਈਜ਼ ਹੋਇਆ 2, ਠੀਕ ਆ। ਨੈਕਸਟ ਆਪਣੀ ਐਗਜ਼ਾਮਪਲ ਆਈ ਆ 3.4। 3.4 ਸਮਥਿੰਗ ਇੱਥੇ ਲਾਈ ਕਰ ਗਿਆ, ਠੀਕ ਹੈ ਜੀ। ਮੈਂ ਕੀ ਕਿਹਾ, ਇਹ ਤੋਂ ਪਿੱਛੇ ਆਓ ਇਨ ਸੈਂਸ ਇੱਧਰਲੀ ਸਾਈਡ ਆਉਣਾ ਪੈਣਾ ਹੈ ਨਾ ਆਪਾਂ ਨੂੰ, ਠੀਕ ਹੈ ਜੀ। ਇੱਧਰਲੀ ਸਾਈਡ ਆਏ ਆ, ਤਾਂ ਮੈਂ ਕੀ ਬੋਲਿਆ ਆ ਕਿ ਜਦੋਂ ਤੁਸੀਂ ਇੱਧਰ ਆਉਣਾ ਹੈ ਤਾਂ ਦੇਖਣੇ ਨੰਬਰ ਕਿਹੜੇ ਆ ਤੁਹਾਡੇ ਕੋਲ, ਉਹੀ 3 2 1 ਆ ਰਹੇ ਆ ਸਾਰੇ ਨੰਬਰ, ਬਟ ਮੈਂ ਕੀ ਬੋਲਿਆ ਉਹਨਾਂ 'ਚੋਂ ਗ੍ਰੇਟੈਸਟ ਕਿਹੜਾ, ਤਾਂ ਉਹਨਾਂ 'ਚੋਂ ਗ੍ਰੇਟੈਸਟ ਕੀ ਹੋਊਗਾ 3। ਮਤਲਬ ਆਪਾਂ ਇੱਧਰਲੀ ਸਾਈਡ ਆਏ ਹਾਂ, ਇੱਥੇ ਮੇਰਾ 2.1 ਸੀ, ਉਹ ਤੋਂ ਮੈਂ ਇੱਧਰਲੀ ਸਾਈਡ ਆਈ ਹਾਂ, ਠੀਕ ਆ। ਹੁਣ ਨੈਕਸਟ ਆਪਾਂ ਲਿਆ ਸੀਗਾ -3.1। -3.1 ਸਮਥਿੰਗ ਕਿੱਥੇ ਲਾਈ ਕਰੂਗਾ, ਇੱਥੇ। ਤਾਂ ਆਪਾਂ ਕੀ ਬੋਲੋ, ਉਹ ਤੋਂ ਪਿੱਛੇ ਆਉਣਾ, ਤੁਸੀਂ ਉਹ ਤੋਂ ਪਿੱਛੇ ਗਏ ਤਾਂ ਕਿਹੜਾ ਬਣਦਾ ਪਿਆ ਪ੍ਰੋਪਰਲੀ 4, ਠੀਕ ਆ। ਹੁਣ ਦੇਖੋ ਇੱਧਰ ਸੀਗਾ, ਮੈਂ ਤੁਹਾਨੂੰ ਕਿਹਾ ਇੱਥੇ 0.9 ਨੰਬਰ, ਇਹਦਾ ਗ੍ਰੇਟੈਸਟ ਇੰਟੀਜ਼ਰ ਫਾਈਂਡ ਕਰੋ, ਤਾਂ ਪਿੱਛੇ ਆਉਣਾ, ਤਾਂ ਕਿੰਨਾ ਬਣ ਜਾਊਗਾ ਉਹਦਾ 0। ਆਲਵੇਜ਼ ਪਿੱਛੇ ਜਾਣਾ, ਗ੍ਰੇਟੈਸਟ ਇੰਟੀਜ਼ਰ ਜਦੋਂ ਫਾਈਂਡ ਕਰਨਾ ਆ, ਪਿੱਛੇ ਨੰਬਰ ਲੈਸ 'ਚ ਯੂਜ਼ ਕਰਨੇ ਆ, ਫਿਰ ਉਹਨਾਂ ਦੇ ਵਿੱਚੋਂ ਗ੍ਰੇਟੈਸਟ ਨੰਬਰ ਦੇਖਣਾ ਆ, ਠੀਕ ਆ ਜੀ। ਹੁਣ ਦੇਖੋ ਜਿੱਦਾਂ ਇੱਥੇ ਸੀ 0.9 ਦਾ ਆਂਸਰ ਕਿੰਨਾ ਆ ਗਿਆ, ਫਿਰ ਅੱਗੇ 0, ਦੈਨ ਆਪਣਾ -3.1 ਦਾ ਆਂਸਰ ਕਿੰਨਾ ਆ ਚੁੱਕਾ ਹੈ, -4। 2.1 ਦਾ ਆਂਸਰ ਕਿੰਨਾ ਆ ਚੁੱਕਾ ਹੈ 2। 3.4 ਦਾ ਆਂਸਰ ਕਿੰਨਾ ਆ ਚੁੱਕਾ 3, ਠੀਕ ਹੈ ਜੀ। ਹੁਣ ਇਹਦੀ ਡੋਮੇਨ ਐਂਡ ਰੇਂਜ ਦੇਖੋ ਕੀ ਹੋਊਗੀ। ਹੁਣ ਦੇਖੋ ਆਪਾਂ ਐਕਸ ਦੀ ਜਗ੍ਹਾ 'ਤੇ ਕੁਝ ਵੀ ਡਿਜਿਟਸ ਰੱਖ ਸਕਦੇ ਹਾਂ। ਦੇਖੋ ਐਕਸ ਸੀ ਨਾ, ਐਕਸ ਦੀ ਜਗ੍ਹਾ 'ਤੇ ਆਪਾਂ 2.1 ਰੱਖਤਾ, 3.4 ਰੱਖਤਾ, -3.1 ਰੱਖਤਾ, 2 ਰੱਖਤਾ, ਠੀਕ ਆ ਜੀ। ਕੋਈ ਵੀ ਰੱਖ ਸਕਦੇ ਹੋ। ਐਕਸ ਦੇ ਵਿੱਚ ਤੁਸੀਂ ਨੈਗੇਟਿਵ ਪੋਜ਼ੀਟਿਵ ਕੋਈ ਵੀ ਡਿਜਿਟ ਰੱਖ ਸਕਦੇ ਹੋ। ਇਹਦਾ ਮਤਲਬ ਕੀ ਹੈ ਕਿ ਪੋਜ਼ੀਟਿਵ ਨੈਗੇਟਿਵ ਈਵਨ ਪੁਆਇੰਟ ਵਾਲੇ ਨੰਬਰ ਆ, ਦੇਖੋ ਪੁਆਇੰਟ ਹੈ ਨਾ 3.4 2.1, ਇਹ ਸਾਰੇ ਕੀ ਆ ਰੀਅਲ ਨੰਬਰਸ ਹੈ। ਇਹਦਾ ਮਤਲਬ ਕੀ ਆ ਕਿ ਡੋਮੇਨ ਦੇ ਵਿੱਚ ਮੇਰੇ ਕੋਲ ਕੀ ਆ ਜਾਣੇ ਆ, ਰੀਅਲ ਨੰਬਰਸ ਆ ਜਾਣੇ ਆ, ਠੀਕ ਆ ਜੀ। ਰੀਅਲ ਨੰਬਰ ਮੇਰੇ ਕੀ ਬੋਲਦੇ ਆ, -∞ to ∞। ਮਤਲਬ ਮੈਂ ਐਕਸ ਦੇ ਵੈਲਿਊਜ਼ ਜਾਂ ਫਿਰ ਐਕਸ ਦੇ ਆਂਸਰਸ, ਐਕਸ ਦੇ ਡਿਜਿਟਸ ਮੈਂ ਇਹਦੇ ਵਿੱਚ ਕੋਈ ਵੀ ਰੱਖ ਸਕਦੀ ਹਾਂ, ਨੈਗੇਟਿਵ ਵਾਲੇ, ਪੋਜ਼ੀਟਿਵ ਵਾਲੇ ਔਰ ਪੁਆਇੰਟਸ ਵਾਲੇ। ਬਟ ਜਦੋਂ ਮੈਂ ਉਹਨਾਂ ਦੀ ਰੇਂਜ ਫਾਈਂਡ ਕਰਦੀ ਹਾਂ, ਜਦੋਂ ਮੇਰਾ ਵਾਈ ਦਾ ਆਂਸਰ ਨਿਕਲਦਾ ਹੈ, ਉਹ ਆਲਵੇਜ਼ ਕਿਹਦੇ ਵਿੱਚ ਨਿਕਲਦਾ ਆ, ਇੱਕ ਪ੍ਰੋਪਰ ਹੋਲ ਨੰਬਰ ਦੇ ਵਿੱਚ, ਠੀਕ ਆ। ਕੋਈ ਵੀ ਪੁਆਇੰਟਾਂ 'ਚ ਆਂਸਰ ਨਹੀਂ, ਦੇਖੋ ਪੁਆਇੰਟ ਦਾ ਸੀ, ਇਹਦਾ ਆਂਸਰ ਪ੍ਰੋਪਰ ਨਹੀਂ ਨਿਕਲਿਆ, ਇਹਦਾ ਪੁਆਇੰਟ 'ਚ ਰੱਖਿਆ ਸੀਗਾ, ਆਂਸਰ ਪ੍ਰੋਪਰ ਨਿਕਲਿਆ। ਇਹਦਾ ਮਤਲਬ ਕੀ ਹੈ ਕਿ ਮੇਰਾ ਵਾਈ ਦਾ ਆਂਸਰ ਨੈਗੇਟਿਵ ਔਰ ਪੋਜ਼ੀਟਿਵ ਆ ਸਕਦਾ ਹੈ, ਬਟ ਉਹ ਕਦੇ ਵੀ ਪੁਆਇੰਟ 'ਚ ਨੰਬਰ ਨਹੀਂ ਆਊਗਾ। ਜਿੱਦਾਂ ਰੀਅਲ ਦੇ ਵਿੱਚ ਪੁਆਇੰਟਸ ਵਾਲੇ ਵੀ ਆ ਜਾਂਦੇ ਆ ਨੰਬਰ, ਨੈਗੇਟਿਵ ਵੀ ਆ ਜਾਂਦੇ, ਪੋਜ਼ੀਟਿਵ ਆ ਜਾਂਦੇ ਆ, ਬਟ ਜਦੋਂ ਮੈਂ ਰੇਂਜ ਫਾਈਂਡ ਕਰਦੀ ਹਾਂ, ਉਹ ਮੇਰੇ ਤੋਂ ਪ੍ਰੋਪਰ ਇੱਕ ਨੰਬਰ ਦੇ ਰਿਹਾ ਹੈ ਇੰਟੀਜ਼ਰ ਦਾ, ਠੀਕ ਆ ਜੀ। ਇਟ ਮੀਨਸ ਇਹਦੇ ਵਿੱਚ ਨੈਗੇਟਿਵ ਅਤੇ ਪੋਜ਼ੀਟਿਵ ਨੰਬਰ ਆ ਸਕਦੇ ਆ, ਬਟ ਪੁਆਇੰਟ ਦਾ ਆਂਸਰ ਨਹੀਂ ਆਊਗਾ। ਤਾਂ ਰੇਂਜ ਕਿਹਨੂੰ ਨੋਟ ਕਰ ਜਾਊਗੀ ਫਿਰ, ਇੰਟੀਜ਼ਰਸ ਨੂੰ। ਇਹਦਾ ਮਤਲਬ ਇੰਟੀਜ਼ਰ ਰੇਂਜ ਮੇਰੀ ਕਿਹ ਆਊਗੀ, ਇੰਟੀਜ਼ਰਸ 'ਚ ਆਊਗੀ, ਠੀਕ ਹੈ ਜੀ। ਕਿਉਂਕਿ ਵਾਈ ਦਾ ਆਂਸਰ ਪੁਆਇੰਟਾਂ 'ਚ ਨਹੀਂ ਆਊਗਾ, ਬਿਕੋਜ਼ ਮੈਂ ਦੇਖੋ ਐਕਸ ਦਾ ਆਂਸਰ ਪੁਆਇੰਟ 'ਚ ਫਿਲ ਕੀਤਾ, ਵਾਈ ਦਾ ਪ੍ਰੋਪਰ ਨੰਬਰ ਆਇਆ। ਐਕਸ ਦਾ ਮੈਂ ਪੁਆਇੰਟ 'ਚ ਫਿਲ ਕੀਤਾ, ਵਾਈ ਦਾ ਆਂਸਰ ਪ੍ਰੋਪਰ ਆਇਆ। ਮਤਲਬ ਮੈਂ ਐਕਸ ਨੂੰ ਰੀਅਲ ਨੰਬਰਸ ਦੇ ਵਿੱਚ ਪੁੱਟ ਕਰ ਸਕਦੀ ਹਾਂ, ਬਟ ਵਾਈ ਦਾ ਆਂਸਰ ਆਲਵੇਜ਼ ਇੰਟੀਜ਼ਰ ਆਉਣਾ ਹੈ, ਰੀਅਲ ਨੰਬਰਸ ਨਹੀਂ ਆਉਣਾ, ਠੀਕ ਹੈ ਜੀ। ਨੈਕਸਟ ਆ ਗਿਆ ਸਿਗਨਮ ਫੰਕਸ਼ਨ। ਸਿਗਨਮ ਫੰਕਸ਼ਨ ਦੇਖੋ, ਇਹਦੇ ਵਿੱਚ ਤੁਹਾਨੂੰ ਐਜ਼ ਇਟ ਇਜ਼ ਯਾਦ ਕਰਨਾ ਪੈਂਦਾ। ਫੰਕਸ਼ਨ ਗਿਵਨ ਹੈ ਜੀ, ਉਹ ਕੀ ਬੋਲਦਾ 1 ਇਫ x greater than 0, if x equal to 0, if x less than 0। ਦੇਖੋ greater than 0 ਆ ਤਾਂ 1 ਆਉਣਾ ਚਾਹੀਦਾ ਹੈ, equal to 0 ਆ ਤਾਂ 0 ਆਊਗਾ, less than 0 ਆ ਤਾਂ -1 ਆਊਗਾ। ਇਹ ਤੁਹਾਨੂੰ ਡੈਫੀਨੇਸ਼ਨ ਸਿਗਨਮ ਫੰਕਸ਼ਨ ਦੀ ਐਜ਼ ਇਟ ਇਜ਼ ਯਾਦ ਕਰਨੀ ਪੈਣੀ ਹੈ,
ठीक है जी। हुण देखो एक्स कुछ भी हो सकता, एक्स की वैल्यू तुसी कोई भी पुट करो, 0 पुट करो ਜਾਂ फिर पॉजिटिव च पुट करो ਜਾਂ फिर नैगेटिव च पुट करो, आंसर तुहाडा ऑलवेज -1 0 और +1 च आना। आंसर तुहाडा ऑलवेज -1 0 और +1 दे विच ही आऊगा। इहनूं तुसी एज इट इज़ ही याद रखोगे। ठीक है जी। सिग्नम फंक्शन च एक्स तुसी कुछ भी पुट कर दो, कुछ भी वैल्यू, कोई भी डिजिट, बट रियल नंबर का। ठीक है, तुसी माइनस इनफिनिटी टू पॉजिटिव इनफिनिटी कोई भी नंबर पुट करो, आंसर तुहाडा ऑलवेज वाई के आनी आ 1 0 और -1 च ही। ठीक है जी। हुण देखो एग्जाम्पल ले लो, मैं इत्थे पुट करता एफ फंक्शन 2, वह आंसर इज इक्वल टू 1, मतलब एक्स 2 पुट की है, एक्स 2 पुट की मतलब एक्स ग्रेटर दैन 0 आ। दैन उन्होंने की बोलिया सीगा, वो जो एक्स ग्रेटर दैन 0 होगी तो की होगा 1, मतलब एफ 2 पुट करती है, एक्स तो 0 तो वड्डी हो गई है, तो वह आंसर किहड़ा आ गया 1। अगर मैं इत्थे लिखदा -50 तो यदा आंसर की आ जाऊगा -1। उन्होंने की बोला सी एक्स अगर 0 तो घट होगी, माइनस की तुसी कोई भी वैल्यू पुट कर दो, आंसर ऑलवेज कि आना -1 दे। ठीक है जी। अगर मैं इतने 0 ही पुट करता, आंसर कि इक्वल आ गया 0 दे। मतलब एक्स नूं तुसी कुछ भी पुट करो, वो कि लाई करूगा ऑलवेज 1 च -1 च और 0 च। अगर तुसी एक्स दियां पॉजिटिव वैल्यूज़ पुट कर रहे हो तो पॉजिटिव च आना, अगर एक्स ने तुसी नैगेटिव वैल्यू पुट कर दिओ तो -1 आ जाना, अगर तुसी 0 पुट किया तो 0 के इक्वल आ जाऊगा। ठीक है जी। तो यदि डोमेन किद्दां हो जाऊगी, फिर डोमेन रियल नंबर ही हो जाऊगा कि मैं कुछ भी पुट कर सकती हाँ। तो माइनस इनफिनिटी टू इनफिनिटी, दैन रेंज आप देख ही चुके हैं कि रेंज ऑलवेज मेरी कि आनी चाहिए -1 0 और 1 के अंदर। तुसी कोई भी पॉजिटिव तो वड्डे तो वड्डी, नैगेटिव की छोटे तो छोटी या वड्डे तो वड्डी कोई भी वैल्यू पुट करो, ऑलवेज जो पॉजिटिव पुट की है तो 1, नैगेटिव पुट की है तो -1, 0 पुट की है तो 0। ठीक है जी। रेंज यह आऊगी, डोमेन यह आ जाऊगी। हुण देखो इस सिग्नम फंक्शन का ग्राफ किद्दां बनूगा। अगर मैं पॉजिटिव वैल्यूज़ पुट करती पई हाँ तो इधर सारियां पॉजिटिव दियाँ। ठीक है जी। तो 1 आ जाऊगा, इधर सारियां y1 आ जाना जो मैं एक्स दियाँ सारियां इधर पॉजिटिव वैल्यूज़ पुट करन लगी। ठीक है जी। अगर मैं इधर सारियां एक्स दियां वैल्यूज़ नैगेटिव पुट कीतियां तो मेरा y का आंसर की आ जाऊगा -1। अगर मैं 0 ही पुट किया तो कि इक्वल आ जाऊगा 0 दे। ठीक है जी। आई होप समझ लग गया होगा ग्राफ भी इहदा। नैक्सट देखो रेसिप्रोकल फंक्शन। ठीक है जी। वो की होंदा फंक्शन कि इक्वल हो जाएगा 1/x दे, मतलब f(x) इज इक्वल टू y, तो y कि इक्वल हो गया 1/x दे, जिहदे विच x डिनोमीनेटर मेरा 0 के इक्वल नहीं आ सकता। ठीक है जी। 0 के इक्वल नहीं आऊगा आंसर यदा कदे भी, तो यदा मतलब की होगा कि मेरी डोमेन कोई भी रियल नंबर हो सकता, रेंज दे विच भी कोई भी रियल नंबर आ सकता, माइनस इनफिनिटी टू पॉजिटिव इनफिनिटी कोई भी तुसी रियल नंबर पुट कर सकते हो, बट उन्होंने आना कि नहीं चाहिए जी 0। तो इट मीनस इदा लिखांगे फिर रियल एक्सैप्ट कोई भी मेरा 1 एलीमेंट जोड़ा रियल दे विचों नहीं आना चाहिए वो की है 0। दैन रेंज का विधि रियल दे विचों जोड़ा एक एलीमेंट नहीं आना चाहिए वो की है मेरा 0, मतलब रियल के सारे नंबर आ जाएंगे, उन्होंने विचों सिर्फ एक की नहीं आना चाहिए 0। तो उदों आप इदा लिखते हैं रियल माइनस दिस, इट मीनस रियल एक्सैप्ट 0, बाकी सारे नंबर्स आ सकते हैं। ठीक है जी। ठीक है। और यदा ग्राफ किदा बनता होंगे फर्स्ट क्वाड्रेंट और थर्ड क्वाड्रेंट। ठीक है जी। नैक्सट आ गया अपना लॉगरिथमिक फंक्शन। लॉगरिथमिक फंक्शन की होंगे f(x) इज इक्वल टू log x। ठीक है जी। ये की होंगे कि साड़ी जी एक्स की ये कंडीशन होंगी है, जो अपनी एक्स की कंडीशन होगी एक्स वो ग्रेटर दैन 0 होएगा। ठीक है। एक्स की ये कंडीशन की होएगी कि वह ग्रेटर दैन 0 होएगा। ठीक है जी। तो f(x) अपना की होंगे सीगा y, तो y के इक्वल आ गया log x, और कंडीशन ने की बोलिया x ग्रेटर दैन 0। तो इस फंक्शन के डोमेन ऑफ फंक्शन मेरी डोमेन की आऊगी और रेंज की आऊगी, डोमेन एंड रेंज की आ सकती है। फस्ट ऑफ ऑल उन्हें की बोलिया एक्स ग्रेटर दैन 0, इट मीनस ये नैगेटिव वैल्यू नहीं ना आऊगी, डोमेन एक्स की कोई भी नैगेटिव वैल्यू नहीं आऊगी कि या तो 0 होगी या फिर 0 तो वड्डियां, मतलब की हो गया 0 तो सारियां टर्म्स वड्डियां ग्रेटर दैन 0, इट मीनस मेरी डोमेन कितनी आ जाएगी फिर जस्ट 0 टू पॉजिटिव इनफिनिटी।
0 टू पॉजिटिव इनफिनिटी, क्योंकि उन्होंने कंडीशन दी है ना कि एक्स ग्रेटर दैन 0 आ। इट मीनस मेरे ये एक्स की कोई नैगेटिव वैल्यू आप फिल ही नहीं करते, 0 तो स्टार्ट हो जाऊगा, 0 तो लैके कितने तक जाऊगा वो पॉजिटिव इनफिनिटी तक। ठीक है जी। बट ये रेंज का आंसर की आ सकता है माइनस इनफिनिटी तो लैके पॉजिटिव इनफिनिटी तक। ठीक है, लॉगरिथमिक के अंदर मेरे को रेंज का आंसर की आ सकता माइनस इनफिनिटी तो लैके पॉजिटिव इनफिनिटी तक। हुण देखो यदा ग्राफ किधर जाता है, फर्स्ट तो लैके फोर्थ क्वाड्रेंट तक लाइक दिस। ठीक है, 0 हो गया, एक्स हो गया, वाई हो गया। देखो इतने पॉजिटिव, दैन लास्ट जितने फोर्थ क्वाड्रेंट नैगेटिव। ठीक है जी, तो यदा मतलब क्या है कि मेरा वाई का आंसर माइनस इनफिनिटी और पॉजिटिव इनफिनिटी आ सकता है। ठीक है, ਹੁਣ देखो नैक्सट अपने को किहड़ा आ गया स्केयर रूट फंक्शन। ओके, फंक्शन बोल दिंदा एफ एक्स स्केयर रूट एक्स। ठीक है जी, स्केयर रूट फंक्शन च आ गया। हुण उन्होंने की किया यदी डोमेन एंड रेंज देखनी आपां। फस्ट ऑफ ऑल मैं फंक्शन रूट वाले फंक्शन कोई भी वैल्यू पुट करूँगी, कि एफ एक्स की होंदा जी मेरा वाई। ठीक है, तो मैं एक्स दी वैल्यूज़ पुट करी चलूँगी, मेरे को वाई दियाँ वैल्यूज़ अपने आप आई जानियाँ। ठीक है जी, तो हुण देखो आपां वाई किहदे कोल हुंदा फंक्शन दे, और फंक्शन अपन कितना गिवन रूट एक्स। ठीक है, हुण मैं ये देखो सपोज मैं एक्स की जगह पर की पुट करता 0, तो आंसर किहदे कोल आ गया 0। अगर मैं ये पुट 1 पुट करता दैन आंसर कितना आ गया 1। अगर मैं 2 पुट किया एक्स के अंदर तो कितना जो 0.4 समथिंग। दैन 3 पुट किया 1.75। ठीक है जी, कुछ भी दैन एफ कुछ भी नहीं, आई मीन रूट 3 की जो वैल्यू होंगी सिर्फ वही आएगी। दैन अगेन रूट 4 किया, दैन आंसर इज़ 2। हुण एक गल ध्यान रखो, आ सारे मेरे तो वाई एक्स दी वैल्यूज़ पुट कीतियां, मेरे को सारे वाई के आंसरस मिली गए। ठीक है, एक्स की वैल्यू 0 पुट की, वाई के आंसर 0। एक्स की वैल्यू 1 पुट की, वाई का आंसर 1। एक्स की वैल्यू 2 पुट की, वाई का आंसर 1.4 समथिंग। दैन एक्स की वैल्यू 3 पुट की, वाई का आंसर 1.75 समथिंग। दैन एक्स की वैल्यू 4 पुट की, दैन वाई का आंसर 2। ठीक है जी, हुण एक गल ध्यान दो, जिद्दां जिद्दां आपां एक्स की वैल्यूज़ वधाई गए 0 1 2 3 4, उसी तरह अपनी वाई की वैल्यू भी वधी गई 0 1 1.4 1.72 अगेन 2। लगी समझ, जिद्दां जिद्दां आपां एक्स की वैल्यूज़ वधाई गए उसी तरह अपनी वाई की वैल्यू वधदी गई। हुण एक ध्यान रखो, आपां रूट के अंदर कदे भी नैगेटिव नंबर नैगेटिव डिजिट नहीं लेंदे। अगर आपां रूट के अंदर नैगेटिव डिजिट लवांगे इहदा मतलब की हो गया नॉट डिफाइंड। आंसर की आ जाना नॉट डिफाइंड। सो ध्यान रखना है, रूट के अंदर कदे भी नैगेटिव नंबर नहीं आएगा। ठीक है जी, तो अगर नैगेटिव नंबर नहीं आएगा, एक्स की वैल्यू आप नैगेटिव नहीं पुट करांगे तो आप एक्स की वैल्यूज़ की पुट करांगे, ਜਾਂ तो 0 ਜਾਂ फिर 0 तो सारिया वड्डिया वैल्यूज़। देखो ਜਾਂ आप 0 पुट किया ਜਾਂ फिर 0 तो सारिया वैल्यूज़ वड्डिया पुट कीतियां। एक्स का आंसर ਜਾਂ एक्स की वैल्यू कदों की पुट करांगे ऑलवेज ਜਾਂ तो 0 ਜਾਂ फिर 0 तो सारिया वड्डिया, 0 के इक्वल ਜਾਂ फिर 0 तो ग्रेटर, कदे भी नैगेटिव वैल्यू नहीं पुट करांगे। ठीक है जी, तो इट मीनस दी डोमेन किहदे विच लाई करूगी फिर 0 टू इनफिनिटी। ठीक है, बिकॉज ये नैगेटिव नंबर तो पुट कर ही नहीं सकते, आप नॉट डिफाइंड हो जाना है। तो यदा मतलब की हो गया 0 तो पॉजिटिव इनफिनिटी तक जिन्हें मर्जी नंबर पुट करो। ठीक है जी, हुण गल आ गई रेंज की। तो रेंज भी देखो की हो गया, अगर मैं ये रेंज दी वैल्यूज़ देखा तो वो भी तो पॉजिटिव ही आ रही हैं, नैगेटिव तो कोई नहीं आई। 0 की 0 आई है, दैन उस तो बाद अगर ग्रेटर वैल्यूज़ पुट की एक्स दी, दैन वाई दी भी अगे वधिया वैल्यूज़ आई हैं। तो यदा की हो गया अगेन ये भी वैल्यू रेंज कितनी आई है 0 टू इनफिनिटी। ठीक है, हुण सपोज देखो देखो तुहाडे कोल लाइन पई है, इत्थे नंबर पिया मेरा 0। ठीक है, मैं हुण इत्थे उपर पई सी मेरी डोमेन, डोमेन च अपने सारे एक्स के एलीमेंट आते हैं, दैन रेंज दे विच अपने कोल सारे वाई के एलीमेंट आते हैं। आपां की बोलिया डोमेन दे विच कि नैगेटिव नंबर, इधर सारे नैगेटिव नंबर होंदे हैं ना, इधर अपने पॉजिटिव होंदे हैं। तो आपां की बोलिया डोमेन दे विच कि आपां कोई भी नैगेटिव नंबर नहीं लेना, की लेना ਜਾਂ फिर इक्वल ਜਾਂ फिर ग्रेटर। इट मीनस मेरे जिन्ने भी डोमेन के डिजिट आएंगे वो सारे इस लाइन के उत्ते आएंगे 0 तो इधरली साइड च। ठीक है, तो किहदे विच लाई कर जाऊगा 0 टू इनफिनिटी, यही हो जाऊगा। ठीक है, हुण देखो अगर एक्स की वैल्यू, ठीक है जी, हुण वाई का देखो, अगर मैं वाई दे विच एक्स की 0 रखी है दैन वाई का आंसर 0 आया। अगर एक्स की वैल्यू 1 रखी है दैन वाई का आंसर 1 आया। एक्स की वैल्यू 2 रखी है, वाई का आंसर 1.4 है। मतलब जो मैं
ਰੇਂਜ ਫਾਈਂਡ ਕਰਨੀ ਆ, ਵਾਈ ਫਾਈਂਡ ਕਰਨੀ ਆ, ਉਹਦੇ ਵਿੱਚ ਆਪਾਂ ਐਕਸ ਦੀਆਂ ਵੈਲਿਊਜ਼ ਰੱਖੀ ਹੈ, ਵਾਈ ਦੀਆਂ ਵੈਲਿਊਜ਼ ਵਧੀ ਗਈਆਂ। ਹੁਣ ਵੱਧ ਕੇ ਕਿੱਥੇ ਤੱਕ ਜਾ ਸਕਦੇ ਹਾਂ, ਅਪ ਟੂ ਸੋ ਔਨ, ਮਤਲਬ ਇਨਫਿਨਿਟੀ ਤੱਕ ਜਾ ਸਕਦੀਆਂ। 0 ਤੋਂ ਸਟਾਰਟ ਹੋ ਕੇ ਵਾਈ ਦੀਆਂ ਵੈਲਿਊਜ਼ ਵੀ ਵਧੀ ਜਾਂਦੀਆਂ, ਇਹਦਾ ਮਤਲਬ ਇਨਫਿਨਿਟੀ ਤੱਕ ਜਾ ਸਕਦੀਆਂ। ਤਾਂ ਇਟ ਮੀਨਸ ਇਹ ਵੀ ਕੀ ਹੋ ਜਾਣਗੇ 0 ਟੂ ਇਨਫਿਨਿਟੀ। ਠੀਕ ਹੈ ਜੀ। ਡੋਮੇਨ ਔਰ ਰੇਂਜ ਲਾਈਨ 'ਤੇ ਵੀ ਰਿਪਰਜੈਂਟ ਕਰਕੇ ਦਿਖਾਤੀ ਆਪਾਂ। ਠੀਕ ਆ। ਤਾਂ ਇਹਦਾ ਗ੍ਰਾਫ ਕਿੱਦਾਂ ਬਣਦਾ ਆ, ਫਿਰ ਆਲਵੇਜ਼ ਪੋਜ਼ੀਟਿਵ ਤਾਂ ਹੀ ਬਣਨਾ ਆ ਔਰ ਸਕੇਲਿੰਗ 'ਚ ਬਣਨਾ ਹੈ। ਤਾਂ ਦਿਸ y ਇਜ਼ ਇਕੁਅਲ ਟੂ ਰੂਟ ਐਕਸ। ਠੀਕ ਹੈ ਜੀ। ਆ ਹੁੰਦੀ y, ਇੱਧਰ ਕੀ ਹੁੰਦੀ ਸਾਡੀ x, ਦੈਨ ਇਹ ਪੁਆਇੰਟ ਹੁੰਦਾ 0। ਨੈਕਸਟ ਆ ਗਿਆ ਪੋਲੀਨੋਮੀਅਲ ਫੰਕਸ਼ਨ। ਪੋਲੀਨੋਮੀਅਲ ਫੰਕਸ਼ਨ ਕੀ ਹੁੰਦਾ ਹੈ, ਦੇਖੋ ਪੋਲੀਨੋਮੀਅਲ ਦੀ ਇਕੁਏਸ਼ਨ ਕੀ ਹੁੰਦੀ ਆ, ਕੌਂਸਟੈਂਟ ਦੇ ਨਾਲ ਬਾਅਦ ਵਿੱਚ ਵੇਰੀਏਬਲ, ਦੈਨ c x ਸਕੁਏਅਰ ਪਲੱਸ d x ਕਿਊਬ ਪਲੱਸ e x ਦੀ ਪਾਵਰ 4 ਪਲੱਸ ਸੋ ਔਨ। ਠੀਕ ਹੈ ਜੀ। ਹੁਣ ਇਹਦੇ ਵਿੱਚ x ਦੀ ਪਾਵਰ ਹੋਲ ਨੰਬਰ ਆਉਣੀ ਚਾਹੀਦੀ ਆ ਆਲਵੇਜ਼। x ਦੀ ਪਾਵਰ ਹੋਲ ਨੰਬਰ ਆਊਗੀ ਤਾਂ ਮੇਰਾ ਉਹ ਫੰਕਸ਼ਨ ਪੋਲੀਨੋਮੀਅਲ ਹੈ। ਅਗਰ x ਦੀ ਪਾਵਰ ਫਰੈਕਸ਼ਨ ਦੇ ਵਿੱਚ ਆਉਂਦੀ ਹੈ ਜਾਂ ਫਿਰ ਨੈਗੇਟਿਵ 'ਚ ਆਉਂਦੀ ਹੈ ਤਾਂ ਪੋਲੀਨੋਮੀਅਲ ਨਹੀਂ ਹੋਊਗਾ। ਠੀਕ ਆ। ਆਹ ਦੇਖੋ ਪ੍ਰੋਪਰਲੀ ਹੋਲ ਨੰਬਰ ਆ ਰਹੇ ਆ ਨਾ, 2 3 1, ਇਹ ਸਾਰੇ ਪ੍ਰੋਪਰਲੀ ਹੋਲ ਨੰਬਰ ਆ ਰਹੇ ਆ ਤਾਂ ਮੇਰੀ ਪੋਲੀਨੋਮੀਅਲ ਫੰਕਸ਼ਨ ਹੈ। ਅਗਰ ਇੱਥੇ ਮੈਂ ਲਿਖਦਾ x ਦੀ ਪਾਵਰ 2/3 ਫਰੈਕਸ਼ਨ 'ਚ ਆ ਗਈ, ਪੋਲੀਨੋਮੀਅਲ ਨਹੀਂ ਹੈ। ਅਗਰ ਮੈਂ ਲਿਖਦਾ x ਦੀ ਪਾਵਰ -2 ਨੈਗੇਟਿਵ 'ਚ ਆ ਗਈ, ਪੋਲੀਨੋਮੀਅਲ ਇਹ ਨਹੀਂ ਹੈ। ਪ੍ਰੋਪਰਲੀ ਹੋਲ ਨੰਬਰ 'ਚ ਆਵੇ, ਹੋਲ ਨੰਬਰ 'ਚ ਕਿਹੜੇ ਨੰਬਰ ਆਉਂਦੇ ਨੇ, ਪੋਜ਼ੀਟਿਵ। ਹੋਲ ਨੰਬਰ ਦੇ ਵਿੱਚ ਆਊਗੀ ਪਾਵਰ ਤਾਂ ਕੀ ਹੋਊਗਾ, ਪੋਲੀਨੋਮੀਅਲ। ਅਗਰ ਉਹ ਫਰੈਕਸ਼ਨ 'ਚ ਜਾਂ ਫਿਰ ਨੈਗੇਟਿਵ 'ਚ ਆਊਗੀ ਤਾਂ ਉਹ ਪੋਲੀਨੋਮੀਅਲ ਨਹੀਂ ਹੋਏਗਾ। ਠੀਕ ਆ ਜੀ। ਪੋਲੀਨੋਮੀਅਲ ਫੰਕਸ਼ਨ ਕਈ ਤਰ੍ਹਾਂ ਦੇ ਹੁੰਦੇ ਆ। ਠੀਕ ਆ, ਤੁਸੀਂ ਪੜ੍ਹ ਚੁੱਕੇ ਹੋ 10th 'ਚ। ਹੁਣ ਦੇਖੋ ਆਪਾਂ ਐਗਜ਼ਾਮਪਲ ਲੈਂਦੇ, ਮੈਂ ਐਗਜ਼ਾਮਪਲ ਲੈ ਲਈ, ਫੰਕਸ਼ਨ ਮੇਰਾ x² + 1 ਦੇ ਇਕੁਅਲ ਆ। ਦੈਨ ਉਹਨਾਂ ਨੇ ਕੀ ਕਿਹਾ ਆ, ਡੋਮੇਨ ਔਰ ਰੇਂਜ ਫਾਈਂਡ ਕਰੋ। ਠੀਕ ਆ, ਆਪਾਂ ਡੋਮੇਨ ਔਰ ਰੇਂਜ ਫਾਈਂਡ ਕਰਕੇ ਦਿਖਾਉਣੀ ਆ। ਹੁਣ ਦੇਖੋ ਆਪਾਂ ਫਸਟਲੀ ਕੀ ਆ, 0 ਤੋਂ ਸਟਾਰਟ ਕਰਾਂਗੇ ਤਾਂ x ਦੀਆਂ ਆਪਾਂ ਵੈਲਿਊਜ਼ ਪੁੱਟ ਕਰਨ ਲੱਗੇ ਹਾਂ, 0 1 2 3 ਅਪ ਟੂ ਸੋ ਔਨ। ਤਾਂ ਮੈਂ x ਦੀ ਵੈਲਿਊ ਇੱਥੇ 0 ਪੁੱਟ ਕੀਤੀ ਆ। ਫੰਕਸ਼ਨ ਕਿਹਦੇ ਇਕੁਅਲ ਹੁੰਦਾ ਜੀ, y ਦੇ। ਤਾਂ 0² + 1, ਆਨਸਰ ਇਜ਼ 1। ਦੈਨ x ਦੀ ਵੈਲਿਊ ਮੈਂ 1 ਪੁੱਟ ਕੀਤੀ ਆ, ਆਨਸਰ ਇਜ਼ 2। ਦੈਨ x ਦੀ ਵੈਲਿਊ ਮੈਂ 2 ਪੁੱਟ ਕੀਤੀ ਆ, ਆਨਸਰ ਇਜ਼ 5 ਅਪ ਟੂ ਸੋ ਔਨ। ਚੱਲ ਸਕਦਾ ਇਹ ਤਾਂ ਹੋ ਗਿਆ ਜੀ ਪੋਜ਼ੀਟਿਵ, ਕਿਉਂਕਿ ਮੈਂ x ਦੀਆਂ ਪੋਜ਼ੀਟਿਵ ਨੰਬਰ ਪੁੱਟ ਕੀਤੇ ਆ। ਹੁਣ ਮੈਂ x ਦੀ ਵੈਲਿਊ ਨੈਗੇਟਿਵ ਪੁੱਟ ਕਰਾਂ, -1 -2 ਅਪ ਟੂ ਕੁਛ ਵੀ, ਤਾਂ ਦੇਖੋ y ਫੰਕਸ਼ਨ ਦੇ ਇਕੁਅਲ ਆ। ਦੈਨ ਫੰਕਸ਼ਨ ਕਿਹਦੇ ਇਕੁਅਲ ਸੀਗਾ, x² + 1 ਦੇ, x² + 1 ਦੇ। ਹੁਣ ਮੈਂ ਉਹਦੇ ਵਿੱਚ ਵੈਲਿਊ ਪੁੱਟ ਕਰਨ ਲੱਗੀ ਹਾਂ x ਦੀ -1 ਦਾ ਸਕੁਏਅਰ + 1, ਮਾਈਨਸ ਦੀ ਟਰਮ ਦਾ ਸਕੁਏਅਰ ਕਰੋ, ਆਨਸਰ ਇਜ਼ 1 + 1 ਇਜ਼ ਇਕੁਅਲ ਟੂ 2। y ਇਜ਼ ਇਕੁਅਲ ਟੂ -2 ਦਾ ਸਕੁਏਅਰ + 1 ਇਜ਼ ਇਕੁਅਲ ਟੂ 4 + 1 5। ਠੀਕ ਹੈ ਜੀ। ਅਗਰ ਮੈਂ ਇਹਦੇ ਵਿੱਚ 0 ਪੁੱਟ ਕਰਦਾ ਤਾਂ ਕੀ ਹੋ ਗਿਆ, 0 ਦਾ ਸਕੁਏਅਰ + 1 ਇਜ਼ ਇਕੁਅਲ ਟੂ 1। ਇਹੀ ਆ ਜਾਊਗਾ। ਦੇਖੋ ਮੈਂ x ਦੀਆਂ ਵੈਲਿਊ ਨੈਗੇਟਿਵ ਪੁੱਟ ਕੀਤੀਆਂ ਜਾਂ ਪੋਜ਼ੀਟਿਵ ਪੁੱਟ ਕੀਤੀਆਂ, ਆਨਸਰ ਮੇਰਾ ਕਿਹਦੇ ਵਿੱਚ ਆਇਆ, ਆਲਵੇਜ਼ ਪੋਜ਼ੀਟਿਵ ਦੇ ਵਿੱਚ। ਆਨਸਰ ਮੇਰਾ ਕਿਹਦੇ ਵਿੱਚ ਆਇਆ, ਪੋਜ਼ੀਟਿਵ ਦੇ ਵਿੱਚ। ਹੁਣ ਦੇਖੋ ਮੈਂ ਸਟਾਰਟ 0 ਤੋਂ ਕਰਦੀ ਹਾਂ, ਦੇਖੋ y ਦਾ ਆਨਸਰ ਕਿਤੇ ਵੀ 0 ਆਇਆ। ਸਟਾਰਟ ਤੋਂ ਮੈਂ ਟਰਮ 0 ਤੋਂ ਕਰਦੀ ਪਈ ਹਾਂ, ਬਟ ਮੈਨੂੰ ਕਿਤੇ ਦੇਖੋ ਜਦੋਂ ਮੈਂ 0 ਪੁੱਟ ਕੀਤਾ y ਦਾ ਆਨਸਰ 1 ਆ ਗਿਆ, ਇੱਥੇ 0 ਪੁੱਟ ਕੀਤਾ y ਦਾ ਆਨਸਰ 1 ਆ ਗਿਆ। ਤੁਸੀਂ ਕੋਈ ਮੈਨੂੰ ਇੱਦਾਂ ਦੀ ਟਰਮ ਦੱਸ ਸਕਦੇ ਹੋ ਕਿ ਮੈਂ ਉਹਦੇ ਵਿੱਚ 0 ਪੁੱਟ ਕਰਾਂ ਦੈਨ y ਦਾ ਆਨਸਰ ਮੇਰਾ 0 ਆਵੇ, ਜਾਂ ਫਿਰ ਮੈਂ x ਦੇ ਵਿੱਚ ਕੋਈ ਇਸ ਤਰ੍ਹਾਂ ਦੀ ਟਰਮ ਪੁੱਟ ਕਰਾਂ ਕਿ y ਦਾ ਆਨਸਰ 0 ਆਵੇ? ਨਹੀਂ ਨਾ, ਇਮੈਜਿਨਰੀ 'ਚ ਨਹੀਂ ਆਪਾਂ ਚੱਲਦੇ ਪਏ। ਅਤੇ ਇਹਦੇ ਵਿੱਚ ਕੀ ਆ ਸਕਦਾ ਆ, ਨੋ, ਆਨਸਰ ਇਜ਼ ਨੋ। ਇਹਦਾ ਮਤਲਬ ਜੇ ਮੈਂ ਇਹਦੇ ਵਿੱਚ x 'ਚ 0 ਮਾਈਨਸ ਦੀਆਂ ਜਾਂ ਪੋਜ਼ੀਟਿਵ ਦੀਆਂ ਵੈਲਿਊਜ਼ ਪੁੱਟ ਕਰਾਂ, ਮੇਰਾ ਆਨਸਰ ਸਟਾਰਟ ਹੀ 1 ਤੋਂ ਹੁੰਦਾ ਪਿਆ ਆ, 0 ਤੋਂ ਸਟਾਰਟ ਹੀ ਨਹੀਂ ਹੁੰਦਾ। ਪੋਜ਼ੀਟਿਵ 1 ਤੋਂ ਹੁੰਦਾ ਪਿਆ ਤਾਂ ਅੱਗੇ ਅਪ ਟੂ ਸੋ ਔਨ ਜਾ ਸਕਦਾ, ਮੈਂ ਜਿੰਨੀਆਂ ਮਰਜ਼ੀ ਵੈਲਿਊਜ਼ ਇਹਦੇ ਵਿੱਚ ਪੁੱਟ ਕਰੀ ਚਲਾਂ। ਇਟ ਮੀਨਸ ਡੋਮੇਨ ਐਂਡ ਰੇਂਜ ਦੀ ਗੱਲ ਕੀਤੀ ਸੀ ਉਹਨੇ, ਤਾਂ ਫੰਕਸ਼ਨ ਦੀ ਡੋਮੇਨ ਕਿਹਦੇ ਕੋਲ ਆ ਜਾਊਗੀ, x ਦੀਆਂ ਵੈਲਿਊਜ਼ ਮੈਂ ਨੈਗੇਟਿਵ ਵੀ ਪੁੱਟ ਕਰ ਸਕਦੀ ਹਾਂ, 0 ਵੀ ਪੁੱਟ ਕਰ ਸਕਦੀ ਹਾਂ, ਪੋਜ਼ੀਟਿਵ ਵੈਲਿਊਜ਼ ਵੀ ਪੁੱਟ ਕਰ ਸਕਦੀ ਹਾਂ, ਹੈ ਨਾ। ਇਹਦਾ ਮਤਲਬ ਇਹਦੇ ਵਿੱਚ ਰੀਅਲ ਨੰਬਰਸ ਨੈਗੇਟਿਵ ਟੂ ਪੋਜ਼ੀਟਿਵ ਰੀਅਲ, ਇਹਦੇ ਵਿੱਚ ਮੈਂ ਸਾਰੀਆਂ ਵੈਲਿਊਜ਼ ਪੁੱਟ ਕਰ ਸਕਦੀ ਹਾਂ। ਬਟ ਆਨਸਰ ਹੁੰਦਾ ਕਿ y ਰੇਂਜ,
ਆਨਸਰ ਮੇਰਾ ਆਲਵੇਜ਼ ਕਿੱਥੋਂ ਸਟਾਰਟ ਹੁੰਦਾ ਹੈ 1 ਤੋਂ। ਉਹਦੇ ਵਿੱਚ ਮੈਂ 0 ਪੁੱਟ ਕੀਤਾ, ਆਨਸਰ 1। ਉਹਦੇ ਵਿੱਚ ਮੈਂ ਨੈਗੇਟਿਵ ਟਰਮ ਪੁੱਟ ਕੀਤੀ, ਆਨਸਰ ਪੋਜ਼ੀਟਿਵ। ਉਹਦੇ ਵਿੱਚ ਮੈਂ ਪੋਜ਼ੀਟਿਵ ਨੰਬਰ ਪੁੱਟ ਕੀਤਾ, ਆਨਸਰ ਇਜ਼ ਪੋਜ਼ੀਟਿਵ। ਤਾਂ ਮੇਰੀ ਰੇਂਜ ਸਟਾਰਟ ਕਿੱਥੋਂ ਹੋ ਰਹੀ ਆ 1 ਤੋਂ, ਕਿਉਂਕਿ 0 ਆਇਆ ਨਹੀਂ ਨਾ 1 ਤੋਂ। ਔਰ ਕਿੱਥੋਂ ਤੱਕ ਜਾ ਰਹੀ ਆ ਇਨਫਿਨਿਟੀ ਤੱਕ। ਠੀਕ ਆ, ਇਹਦੇ ਵਿੱਚ ਮੈਂ 1 ਪੁੱਟ ਕਰਾਂ, ਆਨਸਰ ਕਿਹਦੇ ਵਿੱਚ ਚੱਲ ਰਿਹਾ ਹੈ ਇਨਫਿਨਿਟੀ ਤੱਕ। ਤੁਸੀਂ ਸੋ ਔਨ ਚੱਲੀ ਚਲੋ, ਵੈਲਿਊਜ਼ ਵਧੀ ਜਾਣੀਆਂ ਵਾਈ ਦੀਆਂ, ਬਟ ਕਿਹਦੇ ਵਿੱਚ ਪੋਜ਼ੀਟਿਵ ਟਰਮ ਦੇ ਵਿੱਚ। ਨੈਗੇਟਿਵ ਆਨਸਰ ਇਹਦੇ ਵਿੱਚ ਕਦੇ ਨਹੀਂ ਆਉਣਾ ਵਾਈ ਦਾ, ਰੇਂਜ ਦਾ। ਠੀਕ ਆ ਜੀ, ਐਕਸ ਦਾ ਤੁਸੀਂ ਨੈਗੇਟਿਵ ਪੁੱਟ ਕਰੋ, ਐਕਸ ਦਾ ਤੁਸੀਂ ਨੈਗੇਟਿਵ ਪੁੱਟ ਕਰੋ, ਐਕਸ ਨੂੰ ਤੁਸੀਂ 0 ਪੁੱਟ ਕਰੋ, ਐਕਸ ਨੂੰ ਤੁਸੀਂ ਪੋਜ਼ੀਟਿਵ ਪੁੱਟ ਕਰੋ, ਆਨਸਰ ਵਾਈ ਦਾ ਪੋਜ਼ੀਟਿਵ ਹੀ ਆਉਣਾ। ਔਰ ਸਟਾਰਟ 1 ਤੋਂ ਹੋ ਰਿਹਾ ਆ। ਅਗਰ ਇਹ 'ਚ ਮੈਂ 0 ਪੁੱਟ ਕੀਤੀ ਆ ਫਿਰ ਵੀ ਮੇਰਾ ਵਾਈ ਦਾ ਆਨਸਰ 1 ਆ ਰਿਹਾ ਆ, 0 ਨਹੀਂ ਆ ਰਿਹਾ। ਅਤੇ ਇਹਦਾ ਮਤਲਬ ਕੀ ਆ ਕਿ ਮੇਰੀ ਰੇਂਜ ਸਟਾਰਟ ਹੀ 1 ਤੋਂ ਹੋ ਰਹੀ ਆ ਔਰ ਜਾ ਕਿੱਥੋਂ ਤੱਕ ਰਹੀ ਆ ਪੋਜ਼ੀਟਿਵ ਇਨਫਿਨਿਟੀ ਤੱਕ। ਔਰ ਸਾਰੇ ਬੱਚਿਆਂ ਨੂੰ ਪਤਾ ਆ ਕਿ ਸਕੇਅਰ ਦਾ ਆਨਸਰ ਆਲਵੇਜ਼ ਪੋਜ਼ੀਟਿਵ ਹੀ ਆਉਂਦਾ ਹੈ। ਇੱਥੇ ਸਕੇਅਰਿੰਗ ਦੀ ਗੱਲ ਹੋ ਰਹੀ ਹੈ ਨਾ, ਸਕੇਅਰ ਦਾ ਆਨਸਰ ਆਲਵੇਜ਼ ਪੋਜ਼ੀਟਿਵ ਹੀ ਆਉਂਦਾ ਆ। ਨੈਕਸਟ ਆ ਗਿਆ ਆਪਣਾ ਰੈਸ਼ਨਲ ਫੰਕਸ਼ਨ। ਰੈਸ਼ਨਲ ਫੰਕਸ਼ਨਸ ਕੀ ਬੋਲਦਾ ਸੀਗਾ, ਪੀ ਅਪੋਨ ਕਿਊ ਦੀ ਟਰਮਸ ਹੁੰਦੇ ਸੀ। ਪੀ ਕਿਊ ਕੀ ਹੁੰਦੇ ਸੀਗੇ ਜੀ ਪੋਲੀਨੋਮੀਅਲ ਫੰਕਸ਼ਨ। ਔਰ ਕੀ ਬੋਲਦਾ ਸੀ ਕਿਊ ਐਕਸ ਨਾਟ ਇਜ਼ ਇਕੁਅਲ ਟੂ 0। ਅਤੇ ਡਿਨੋਮੀਨੇਟਰ ਆਪਣਾ 0 ਦੇ ਇਕੁਅਲ ਨਹੀਂ ਹੁੰਦਾ ਸੀਗਾ। ਠੀਕ ਹੈ ਜੀ, ਹੁਣ ਆਪਾਂ ਇਹਦੀ ਐਗਜ਼ਾਮਪਲ ਇੱਕ ਕਰ ਲੈਂਦੇ ਹਾਂ। ਦੇਖੋ ਐਗਜ਼ਾਮਪਲ ਲੈ ਲਈ ਮੈਂ ਇਹਦੇ ਵਿੱਚ, ਫੰਕਸ਼ਨ ਮੋਡ x-3 ਅਪੋਨ x-3। ਠੀਕ ਹੈ ਜੀ, ਫਸਟਲੀ ਅਗਰ ਡੋਮੇਨ ਫਾਈਂਡ ਕਰਨੀ ਆ ਤਾਂ ਉਹਦੇ ਵਿੱਚ ਕੀ ਹੋ ਗਿਆ ਕਿ ਡਿਨੋਮੀਨੇਟਰ ਮੇਰਾ ਕਦੇ ਵੀ ਪੀ ਅਪੋਨ ਕਿਊ ਹੋ ਗਿਆ ਨਾ, ਕਿਊ ਨਾਟ ਇਕੁਅਲ ਟੂ 0, ਇਟ ਮੀਨਸ x3 ਨਾਟ ਇਜ਼ ਇਕੁਅਲ ਟੂ 0। ਹੁਣ ਦੇਖੋ ਅਗਰ ਮੈਂ ਇਹਦੇ ਵਿੱਚ x ਦਾ ਆਂਸਰ 3 ਪੁੱਟ ਕਰਾਂ, 3 - 3 0 ਹੋ ਜਾਊਗਾ, ਨੀਚੇ 0 ਆ ਗਿਆ, ਇਟ ਮੀਨਸ ਨਾਟ ਡਿਫਾਈਨਡ। ਠੀਕ ਹੈ ਜੀ, ਉਹ ਤਾਂ ਆਪਾਂ ਉਹਨਾਂ ਨੇ ਕਿਹਾ ਹੈ ਕਿ ਤੁਸੀਂ 0 ਤੋਂ ਇਸ ਟਰਮ ਨੂੰ 0 ਤੋਂ ਲੈ ਕੇ ਹੀ ਨਹੀਂ ਆਉਣਾ। ਅਤੇ ਇਹਦਾ ਮਤਲਬ ਕੀ ਹੈ, ਇਹ ਫੰਕਸ਼ਨ ਸਾਰਾ ਨਾਟ ਇਕੁਅਲ ਟੂ 0 ਹੋ ਗਿਆ। ਦੈਟ ਮੀਨਸ ਮੇਰਾ x ਨਾਟ ਇਕੁਅਲ ਟੂ 3, ਮਤਲਬ x ਦੇ ਵਿੱਚ ਇੱਥੇ ਮੈਂ 3 ਪੁੱਟ ਨਹੀਂ ਕਰ ਸਕਦੀ। ਅਗਰ 3 ਪੁੱਟ ਕੀਤਾ ਤਾਂ ਉਹ ਤੋਂ 0 ਬਣ ਜਾਣਾ, ਜਿਹੜੀ ਕਿ ਰੈਸ਼ਨਲ 'ਚ ਗਲਤ ਇਕੁਏਸ਼ਨ ਹੋ ਜੂਗੀ। ਠੀਕ ਆ, ਅਤੇ ਇਹਦਾ ਮਤਲਬ ਕੀ ਹੋ ਗਿਆ ਕਿ ਇਸ ਟਰਮ ਨੂੰ ਪਹਿਲਾਂ ਤੋਂ ਮੈਂ ਕਿਹਦੇ ਇਕੁਅਲ ਕੀਤਾ, ਨਾਟ ਇਕੁਅਲ ਟੂ 0 ਦੇ। ਦੈਨ ਫਿਰ x ਨੂੰ ਮੈਂ ਕੀ ਨਹੀਂ ਪੁੱਟ ਕਰ ਸਕਦੀ 3। ਜੇ ਮੈਂ 3 ਪੁੱਟ ਕਰਤਾ ਇੱਥੇ 3 - 3 ਕੀ ਹੋ ਜਾਣਾ 0। ਉੱਪਰ 0 ਬਣ ਜਾਵੇ ਕੋਈ ਚੱਕਰ ਨਹੀਂ, ਬਟ ਨੀਚੇ 0 ਨਹੀਂ ਬਣਨਾ ਚਾਹੀਦਾ, ਉਹ ਨਾਟ ਡਿਫਾਈਨ ਹੋ ਜਾਣਾ। ਇਟ ਮੀਨਸ ਕੀ ਹੋ ਗਿਆ ਕਿ x ਨਾਟ ਇਕੁਅਲ ਟੂ 3 ਆ, ਮਤਲਬ ਮੈਂ ਇਹਦੇ x ਦੇ ਵਿੱਚ 3 ਤੋਂ ਇਲਾਵਾ ਕੋਈ ਵੀ ਨੰਬਰ ਪੁੱਟ ਕਰ ਸਕਦੀ ਹਾਂ। 3 ਤੋਂ ਇਲਾਵਾ ਇਹਦੇ ਵਿੱਚ ਮੈਂ ਮਾਈਨਸ ਦੇ, ਪੋਜ਼ੀਟਿਵ ਦੇ, 0 ਕੋਈ ਵੀ ਨੰਬਰ ਪੁੱਟ ਕਰ ਸਕਦੀ ਹਾਂ, ਸਿਰਫ ਇੱਥੇ 3 ਨਹੀਂ ਪੁੱਟ ਕਰ ਸਕਦੀ। ਅਤੇ ਇਹਦੀ ਡੋਮੇਨ ਆਪਾਂ ਕਿੱਦਾਂ ਲਿਖਾਂਗੇ, ਡੋਮੇਨ ਆਫ ਫੰਕਸ਼ਨ ਰੀਅਲ ਨੰਬਰਸ ਇਹਦੇ ਵਿੱਚ ਮੈਂ ਕੋਈ ਵੀ ਪੁੱਟ ਕਰ ਸਕਦੀ ਹਾਂ ਐਕਸੈਪਟ 3 ਤੋਂ ਇਲਾਵਾ। 3 ਨਹੀਂ ਪੁੱਟ ਕਰ ਸਕਦੀ, ਬਾਕੀ ਰੀਅਲ ਨੰਬਰ ਕੋਈ ਵੀ ਪੁੱਟ ਕਰ ਸਕਦੀ ਹਾਂ। ਠੀਕ ਆ ਜੀ, ਹੁਣ ਇਹਦੀ ਫਾਈਂਡ ਕਰਨੀ ਆਪਾਂ ਰੇਂਜ। ਤੋ ਰੇਂਜ ਦੇ ਵਿੱਚ ਵੀ ਕੀ ਆ, ਲੈਟ ਵਾਈ ਫੰਕਸ਼ਨ ਐਫ ਐਕਸ ਕਿਹਦੇ ਇਕੁਅਲ ਹੁੰਦਾ, ਵਾਈ ਦੇ ਇਕੁਅਲ ਕੀ ਸੀਗਾ x - 3 ਵੇਅਰ x ਕਿਹਦੇ ਇਕੁਅਲ ਆ, ਨਾਟ ਇਕੁਅਲ ਟੂ 3। ਅਗਰ x ਨਾਟ ਇਕੁਅਲ ਟੂ 3 ਹੈ ਇਹਦਾ ਮਤਲਬ ਮੈਂ ਡਿਨੋਮੀਨੇਟਰ ਮੇਰਾ ਪੂਰਾ ਹੀ x - 3 ਨਾਟ ਇਕੁਅਲ ਟੂ 0 ਹੋਏਗਾ। ਅਗਰ 0 ਦੇ ਇਕੁਅਲ ਨੂੰ ਹੀ ਹੈਗਾ ਤਾਂ ਦੋ ਕੇਸ ਬਣ ਸਕਦੇ ਆ, ਜਾਂ ਤਾਂ ਗ੍ਰੇਟਰ 0 ਹੋਏਗਾ ਜਾਂ ਫਿਰ ਲੈਸ 0 ਹੋਏਗਾ। ਆਪਾਂ ਇਹੀ ਦੇਖਿਆ ਨਾ ਕਿ ਇਹਦੇ ਵਿੱਚ 0 ਮਤਲਬ ਨਾਟ x3 ਨਹੀਂ ਪੁੱਟ ਕਰਨਾ, ਬਾਕੀ ਤੁਸੀਂ ਇਹਦੇ ਵਿੱਚ ਨੈਗੇਟਿਵ ਜਾਂ ਪੋਜ਼ੀਟਿਵ ਵੈਲਿਊਜ਼ ਕੋਈ ਵੀ ਪੁੱਟ ਕਰ ਦਿਓ। ਠੀਕ ਆ, x - 3 0 ਦੇ ਇਕੁਅਲ ਨਹੀਂ ਹੋਏਗਾ, ਜਾਂ ਤਾਂ 0 ਤੋਂ ਲੈਸ ਹੋ ਸਕਦਾ ਜਾਂ ਫਿਰ 0 ਤੋਂ ਗ੍ਰੇਟਰ ਹੋ ਸਕਦਾ। ਤਾਂ ਦੇਖੋ ਮੋਡ ਦੇ ਵਿੱਚ x - 3 ਹੈ, ਜਦੋਂ ਮੋਡ ਤੋਂ ਬਾਹਰ ਲਿਖੂੰਗੀ ਤਾਂ ਪੋਜ਼ੀਟਿਵ ਸਾਈਮ ਇਜ਼ੀ ਆ ਜਾਣਾ, x - 3 ਦੀ ਆ ਜਾਣਾ, ਕੱਟ ਕੇ ਕਿੰਨੇ ਇਕੁਅਲ ਆ ਗਿਆ 1 ਦੇ। ਇਹਦਾ ਮਤਲਬ ਇਫ x - 3 ਗ੍ਰੇਟਰ ਦੈਨ 0 ਮਤਲਬ ਪੋਜ਼ੀਟਿਵ 'ਚ ਆ, ਤਾਂ ਆਪਾਂ ਦੱਸਿਆ ਸੀ ਨਾ ਮੋਡ 'ਚ ਜੋ ਵੈਲਿਊ ਹੋਵੇ ਉਹ ਬਾਹਰ ਆਣ ਕੇ ਪੋਜ਼ੀਟਿਵ ਦੀ ਬਣ, ਅਗਰ ਪੋਜ਼ੀਟਿਵ ਦੀ ਆ ਤਾਂ ਬਾਹਰ ਆਣ ਕੇ ਪੋਜ਼ੀਟਿਵ ਵੀ ਆ ਜੂਗੀ, ਅਗਰ ਨੈਗੇਟਿਵ ਦੀ ਹੈ ਦੈਨ ਬਾਹਰ ਆਣ ਕੇ ਉਹਨੇ ਵੀ ਪੋਜ਼ੀਟਿਵ ਦੀ ਬਣ ਜਾਣਾ। ਹੁਣ ਆ ਇੱਦੀ ਸੀ ਤਾਂ ਆਪਣੀ ਟਰਮ ਪੋਜ਼ੀਟਿਵ 'ਚ ਇੱਦੀ ਬਾਹਰ ਨਿਕਲ ਗਈ। ਠੀਕ ਆ, x ਗ੍ਰੇਟਰ ਦੈਨ 0 ਆ, ਇਹਦਾ ਮਤਲਬ ਪੋਜ਼ੀਟਿਵ ਦੀ ਆਈ ਸੀ ਤਾਂ ਕੱਟ ਕੇ ਕਿੰਨਾ ਹੋ ਗਿਆ 1। ਇਫ x - 3 ਲੈਸ ਦੈਨ 0 ਹੋ ਜਾਵੇ, ਹੁਣ ਦੇਖੋ ਨੈਗੇਟਿਵ ਦੀ ਗੱਲ ਕਰਨ ਲੱਗ ਪਿਆ, x - 3 ਅਪੋਨ x - 3 ਨੈਗੇਟਿਵ ਦੀ ਗੱਲ ਕਰਤੀ ਤਾਂ ਇਹਦਾ ਮੂਹਰੇ ਕੀ ਲੱਗ ਜਾਊਗਾ ਨੈਗੇਟਿਵ x - 3, x - 3 ਕੈਂਸਲ, ਨਾਲ ਕੀ ਆ ਗਿਆ ਮਾਈਨਸ, ਕੱਟ ਕੇ ਕੀ ਹੋ ਗਿਆ 1, ਤਾਂ ਕਿ ਇਹਦਾ ਕੋਲ ਆ ਗਿਆ ਮਾਈਨਸ ਦੇ 1। ਦੈਨ ਇਹਦੇ ਵਿੱਚ ਮੇਰੇ ਕੋਲ ਫਿਰ ਰੇਂਜ ਆਫ ਫੰਕਸ਼ਨ ਕਿੰਨੀ ਆ ਗਈ ਆ, ਜਸਟ 1 ਔਰ -1। ਠੀਕ ਆ,
रेंज ऑफ फंक्शन ये सिर्फ दो वैल्यूज़ आईਆਂ ਕਿਹੜੀਆਂ एक 1 और दूसरी -1 ये जो ग्रेटर दैन 0 सी मतलब सेम टर्म पॉजिटिव की आप बाहर कढ़ ली कट के 1 आ गया गल जो नैगेटिव दी तो लैस च चला गया नैगेटिव की गल हो गई तो नैगेटिव बाहर कढ़िया तो कट के -1 हो गया रेंज मेरे को सिर्फ कि आई है 1 और -1 और ये डोमेन कि आ रही सी रियल नंबर कोई भी आ सकता एक्सैप्ट 3 मतलब ये सिर्फ 3 नहीं आ सकता ठीक है जी हुण जिहड़ी आपां एग्जाम्पल सॉल्व आउट कीतियां ने तुहाडी बुक की 3rd एग्जाम्पल आ ठीक है आप उन्होंने रैशनल फंक्शन की डेफिनेशन लगा के सॉल्व आउट कर लिया ठीक है जी हम नैक्सट देखो तुहाडे कोल आ रहा है ज़ेबरा फंक्शन की होंदा है लैट एफ एंड जी बी टू रियल वैल्यूड फंक्शन विद डोमेन डी एफ डोमेन ऑफ फंक्शन एंड डोमेन ऑफ जी फंक्शन फर्स्ट फंक्शन आ जाता है एफ प्लस जी नाल आपां नूं की दिता एक्स तो इसका मतलब की हो गया एडिशन प्रॉपर्टी हो गई ना एक्स की गल कर प्लस की गल कर रहा तो मैं की लिखूँगी पहलों एफ नूं एक्स नाल ठीक है जी फिर प्लस पा के जी नूं एक्स दे नाल ठीक है इनू की बोलते हैं एडिशन ऑफ टू फंक्शनस नैक्सट देखो नैगेटिव आ रही है सबट्रैक्शन वाली तो की हो जाएगी एफ एक्स माइनस जी एक्स ठीक है जी तो की हो जाएगी सबट्रैक्शन ऑफ टू फंक्शनस ठीक है नैक्सट आ गया मल्टीप्लाई एफ इंटू जी फंक्शनस की हो जाएगा पहलों एफ के नाल एक्स इंटू जी के नाल एक्स तो ये की होगी फिर मल्टीप्लिकेशन ऑफ टू फंक्शंस ठीक है जी नैक्सट आ गई फोर्थ अपॉन वाली रेसिप्रोकल वाली तो रेसिप्रोकल च हो गया मेरे को हैगा 1 अपॉन एफ एक्स तो ये बन गया 1 अपॉन एफ एक्स और इनू की बोलते हैं रेसिप्रोकल ऑफ फंक्शन ठीक है रेसिप्रोकल ऑफ अ फंक्शन ठीक है जी एज दैट सेम अगर एफ और जी आ जाए तो की बन जाएगा एफ अपॉन जी एक्स ठीक है जी इनू की बोलते हैं रेसिप्रोकल फंक्शन ठीक है जी आई होप तुसीं ये वाले फंक्शनस भी अंडरस्टैंड कर लिया होएगा ठीक है हुण आपां अप्लाई करते हैं इन्हों सारे फंक्शनस नूं एग्जाम्पल्स के उत्ते ठीक है जी मैं एग्जाम्पल्स करवाऊँगी तुसीं नाल एक्सरसाइज के रिलेटेड सम करी जाने अगर प्रॉब्लम आऊगी तो पूछे जाइयो ठीक है जी एग्जाम्पल फर्स्ट देखो रीडिफाइन द फंक्शंस विच इज़ गिवन बाय फंक्शन गिवन आ मॉड्स एक्स माइनस 1 प्लस मॉड ऑफ 1 प्लस एक्स वै एक्स लाइक ये कर दिया -2 तो लैके +2 तक फंक्शन गिवन आ इट मीनस -2 तो लैके +2 तक किदा हो सकता लाइक करता पहलों -2 -1 -2 तो -1 जाऊगा फिर -1 तो +1 जाऊगा दैन फिर +1 तो +2 तक जाऊगा इदा ही जाऊगा ना -2 तो उन्होंने बोलिया 2 तक लाई करता फिर यदा मतलब किया -2 तो -1 तक गया फिर -1 तो 1 तक जाऊगा फिर 1 तो 2 तक जाऊगा इनडायरैक्टली सीधा -2 तो +2 तक गया विच किहड़े नंबर आ रहे हैं -1 और +1 ठीक है जी हुण देखो फर्स्टली कि गल हो रही है माइनस माइनस दूसरा माइनस इत्थे की है प्लस थर्ड प्लस और प्लस तो कॉन्सैप्ट की बन गया मेरा देखो माइनस 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 प्लस और प्लस प्लस यही कॉन्सैप्ट बनया ठीक है जी हुण अप्लाई करो जो अपन इक्वेशन गिवन देखो हम थर्ड स्टैप 3 बननिया ठीक है आपने फंक्शन गिवन दिता है तो -2 तो +2 तक गया इस तरीके ना तो इस तरीके ना पहले माइनस माइनस फिर माइनस प्लस फिर प्लस प्लस हुण देखो अगर मैं ये पुट करूँगी मॉड आ मॉड तो बाहर फंक्शन की बन जाऊगा x-1 प्लस 1 प्लस एक्स यही बन गया हुण मैं उहदे विच माइनस माइनस का कॉन्सैप्ट पुट करन लगी पहलों की हो गया x-1 -1 प्लस एक्स थर्ड स्टैप की हो गया माइनस प्लस तो की हो गया -x-1 प्लस 1 प्लस एक्स लास्ट किया प्लस प्लस तो की हो गया प्लस x-1 प्लस 1 प्लस एक्स आही बन जाऊगा ठीक है तो हुण इन्हों अप्लाई करते हैं एग्जाम्पल्स प्रॉपरली किदा अप्लाई होना है तो करो -x माइनस माइनस प्लस द 1 माइनस प्लस माइनस द 1 प्लस माइनस द एक्स तो ये किहदे तक गया सीगा -2 तो लैके -1 तक है ना -1 तो लिखो -2 लैस दैन इक्वल टू एक्स लैस दैन सॉरी यही तक जाऊगा ठीक है -2 के इक्वल जाओ तो
ਲੈਸ तो फिर की हो जाऊगा -1 तक ਜਾਂ फिर माइनस तो ਵੱਡਾ मतलब सारी x ग्रेटर दैन 1 मतलब -1 तो ਵੱਡੀਆਂ टर्म्स पहलों नैगेटिव सी फिर नैगेटिव तक क्या हुण उन्हें की बोलिया इत्थे उन्हें की बोलता है कि थाड़ी जिहड़ी 2 आ एक्स की वैल्यू 2 आ ਉਹਦੇ ਤੋਂ -2 ਦੇ इक्वल होएगी ਜਾਂ फिर x की वैल्यू -2 तो लैस होगी। फिर दूसरी टर्म 'ਚ ਉਹਨੇ ਕੀ ਬੋਲਦਾ ਤੁਹਾਡੀ x की वैल्यू ग्रेटर दैन -1 होएगी दैन -1 तो ग्रेटर की हो जाना फिर वही +1 ठीक है। तो आप हौली हौली अप्लाई करते हैं बाई स्टैप चलते हैं। नैक्सट माइनस द x प्लस माइनस द x ठीक है। नैक्सट माइनस माइनस प्लस द 1 दैन की हो गया फिर प्लस द 1 प्लस द x ये कितों गया ਤੁਹਾਡਾ -1 ਤੋਂ ਕਿਹਦੇ ਵਿੱਚ ਗਿਆ 1 ਹੁਣ ਕੀ ਬੋਲਦਾ ਹੁਣ x ਦੀ ਵੈਲਿਊ -1 ਦੇ ਇਕੁਅਲ ਜਾਂ ਫਿਰ -1 ਤੋਂ ਲੈਸ और x ਦੀ ਵੈਲਿਊ 1 ਤੋਂ ग्रेटर और ग्रेटर तो पॉजिटिव मतलब 2 ਤੇ चले जाएगा। देखो -1 पॉजिटिव वाला कॉन्सैप्ट अप्लाई करता। हूँ नैक्सट आ गया लास्ट पॉजिटिव तो की बन जूगा x -1 प्लस 1 प्लस x तो कि तक जा रहा है फिर वो 1 तो लेके 2 तक। उन्हें की बोलिया कि थाडी x की वैल्यू 1 तो लैस हो सकती ਜਾਂ 1 ਦੇ इक्वल हो सकती है x की वैल्यू थाडी 2 ਦੇ इक्वल हो सकती ਜਾਂ फिर 2 तो ग्रेटर हो सकती है। यही चलिया सी इस स्टैप ਨੂੰ मैं बाय स्टैप दिस मैथड 'ਚ लेके चली हाँ अप्रूवल करवाया ठीक है। तो ਤੁਹਾਡਾ फंक्शन ही बनाता ਸੀਗਾ ਆਪਾਂ ਮੋਡ ਤੋਂ ਬਾਹਰ ਲਿਆਣ ਕੇ ठीक है। ਹੁਣ देखो ਇਹਨਾਂ ਦੇ ਵਿੱਚ ਕੀ ਬਣਦਾ ਪਿਆ ਆ कैंसल हो गया बच की गया -2x ਕਿਹਦੇ ਅੰਦਰ ਲਾਈ ਕਰਦਾ ਆ दिस टर्म दे ठीक है जी। नैक्सट आ वाले कैंसल हो गए 2 लाई करता पिया आ -1 तो लैके +1 तक दैन इधर अगेन 2x लाई करता पिया आ 1 और 2 के अंदर ठीक है। जस्ट इनू इन्ना के रीडिफाइंड करना सीगा ओपन अप करना सीगा। नैक्सट एग्जाम्पल देखो फंक्शन गिवन आ कहते वो डोमेन फाइंड करो ठीक है जी। हुण देखो P/Q की फॉर्म च ठीक है जी। तो इट मीनस P/Q की फॉर्म च दैन की हो जाएगा फॉर F टू बी डिफाइंड उन्होंने की बोला सी अगर P/Q की फॉर्म च हो तो Q नॉट इज इक्वल टू 0 हो जाता डिनोमीनेटर। तो इट मीनस की हो जाएगा x² - 5x + 4 नॉट इज इक्वल टू 0 हो जाएगा ठीक है। हुण इस इक्वेशन के मैनूं फैक्टर्स बनाने पैणगे तो देखो x² - 4x - 1x + 4 बन जूगा। तो की हो गया x बाहर आ गया अंदर कितना बच गया x - 4 माइनस द 1 बाहर आ गया x - 4 नॉट इज इक्वल टू 0 दो फैक्टर्स किहड़े आ गए दिस ठीक है। इट मीनस मेरा x का आंसर कितना आ गया 1 ठीक है जी और 4 तो नॉट ਇਹਦਾ मतलब की आ कि उन्होंने की बोलिया है कि मेरा x का आंसर 4 तो 1 नहीं आना चाहिए। अगर मेरा x का आंसर मैं 1 और 4 इतने पुट करता तो नीचे इक्वेशन केड़ी बन जानी है 0 ठीक है। और अगर 0 बन गया दैन फंक्शन इज़ नॉट डिफाइंड तो अपना की हो गया कि फंक्शन मेरा रियल नंबर होर कोई भी मैं नंबरस पुट कर सकती हाँ एक्स दे बट सिर्फ 1 और x नूं 4 नहीं पुट कर सकती ठीक है जी। तो डोमेन ऑफ फंक्शन कितना हो गया फिर उन्होंने डोमेन फाइंड करने क्या सी इहदा मतलब देखो सारे रियल नंबर पुट कर सकती हैं ये मैं 1 और 4 नहीं पुट करना मतलब बाकी की पुट कर लो तुसीं माइनस के नंबर पॉजिटिव के नंबर कोई भी पुट कर दो रियल दे बट एक्सैप्ट 1 और 4 इन्हां दोनों नंबर्स तो इलावा रियल दे होर कोई भी नंबर पुट कर दो दैन फंक्शन तुहाडा डिफाइन हो जाएगा ठीक है जी। एग्जाम्पल आपां थर्ड तुहाडी कर ही लई सीगी मॉडुलस x - 3/x - 3 की जो रिलेशन फंक्शन का फॉर्मूला ही देखते पे सी उन्होंने ठीक है फंक्शन देखते सी आपां उहदे विच अप्लाई कर लए सी। हुण नैक्सट चलते हैं 4th एग्जाम्पल ते। नैक्सट देखो तुहाडा फंक्शन गिवन है रूट x - 1 उन्होंने की क्या फाइंड करो ये डोमेन एंड रेंज ठीक है जी। हुण रूट वाले फंक्शन नूं आपां की बोलिया सीगा कि रूट वाले फंक्शन दे विच आपां कदे भी रूट के अंदर नैगेटिव टर्म नहीं नैगेटिव डिजिट नहीं रखते ऑलवेज पॉजिटिव रखते हैं या फिर 0 रखते हैं यही देखिया सीगा। तो यदा मतलब कंडीशन की होगी f फॉर f टू बी डिफाइंड x - 1 रूट के अंदर की है x - 1 वो कदे भी नैगेटिव नहीं होगा ਜਾਂ तो की होगा ग्रेटर होगा ਜਾਂ फिर इक्वल टू 0 होगा मतलब 0 तो ਜਾਂ तो बड़े नंबर्स रख लवांगे ਜਾਂ फिर 0 रख लवांगे ठीक है। यही सीगा कि रूट के अंदर कदे भी नैगेटिव नहीं लैस नंबर नहीं रखना। तो इट मीनस की हो गया अपने को फिर वो और आ -1 सी दूसरी साइड जाके किहड़ा हो गया फिर वो
ਪੋਜ਼ਿਟਿਵ ਦਾ 1। ਐਕਸ ਕੀ ਹੋ ਜਾਊਗਾ, ਜਾਂ ਤੋਂ 1 ਦੇ ਇਕੁਅਲ ਰੱਖ ਸਕਦੇ ਹਾਂ ਜਾਂ ਫਿਰ 1 ਤੋਂ ਵੱਡੀਆਂ ਰੱਖਾਂ। ਅਗਰ ਮੈਂ ਇੱਥੇ 1 ਰੱਖਿਆ 1 - 1 0, ਰੂਟ 'ਚ 0 ਰੱਖਿਆ, ਆਂਸਰ ਇਜ਼ 0, ਠੀਕ ਹੈ। ਜਾਂ ਫਿਰ ਐਕਸ ਤੋਂ ਵੱਡੀਆਂ 2 - 1 ਆਂਸਰ ਰੂਟ ਦਾ 1, ਠੀਕ ਆ। ਦੈਨ ਫਿਰ ਮੈਂ 3 ਰੱਖਤਾ 3 - 1 ਰੂਟ ਦਾ ਆਂਸਰ ਇਜ਼ 2, ਦੈਨ ਉਹਦਾ ਆਂਸਰ ਹੁੰਦਾ 1.4 ਸਮਥਿੰਗ, ਠੀਕ ਆ ਜੀ। ਇਹਦਾ ਮਤਲਬ ਮੇਰੇ ਕੋਲ ਡੋਮੇਨ ਕਿੰਨੀ ਆ ਗਈ ਕਿ ਮੇਰੀ ਸਟਾਰਟਿੰਗ ਕਿਤੋਂ ਹੋਣੀ ਆ, ਸਿਰਫ ਇਹਦੇ ਵਿੱਚ 1 ਤੋਂ। ਅਗਰ ਮੈਂ 1 ਰੱਖੂੰਗੀ ਫਿਰ ਇੱਥੇ 0 ਬਣਨਾ, ਅਗਰ ਮੈਂ 2 ਰੱਖੂੰਗੀ ਫਿਰ ਇੱਥੇ 1 ਬਣ ਜਾਣਾ। ਅਤੇ ਇਹਦਾ ਮਤਲਬ 1 ਤੋਂ ਸਟਾਰਟਿੰਗ ਹੋ ਕੇ ਜਾ ਕਿੱਥੇ ਤੱਕ ਰਿਹਾ ਆ, ਅਪ ਟੂ ਸੋ ਔਨ ਪੋਜ਼ਿਟਿਵ ਨੰਬਰ ਤੱਕ, ਮਤਲਬ ਪੋਜ਼ਿਟਿਵ ਇਨਫਿਨਿਟੀ ਤੱਕ, ਠੀਕ ਆ। ਹੁਣ ਗੱਲ ਆ ਗਈ ਰੇਂਜ ਦੀ। ਰੇਂਜ ਆਪਾਂ ਕੀ ਕਰਦੇ ਹਾਂ, ਪੁੱਟ ਫੰਕਸ਼ਨ ਕਿਹਦੇ ਕੋਲ ਹੁੰਦਾ ਜੀ, ਆਪਾਂ ਵਾਈ ਦੇ ਕੋਲ ਪੁੱਟ ਕਰਦੇ ਹਾਂ। ਤਾਂ ਮੇਰੀ ਵਾਈ ਕਿਹਦੇ ਕੋਲ ਹੋ ਗਈ ਫਿਰ, ਫੰਕਸ਼ਨ ਦੇ fx - 1। ਅਤੇ ਇਹਦੇ ਵਿੱਚ ਕੀ ਹੈ, ਕੰਡੀਸ਼ਨ ਤੋਂ ਆਪਾਂ ਦੇਖ ਹੀ ਲਈ ਆ ਕਿ ਮੇਰਾ ਕੀ ਸੀਗਾ, x - 1 greater or equal to 0, it means or x greater equal to 1 आई सी, इट मीनस मेरा y की हो जाएगा greater equal to 0, क्योंकि आ फंक्शन ये इक्वल ही आ। अगर आह पूरा मेरा फंक्शन greater or equal to 0 आता दैन फिर y मेरी की हो जाएगी एज इट इज़ greater or equal to 0। तो ये रेंज कितनी आ जाएगी फंक्शन की, 0 तो स्टार्ट हो सकती है ना, 0 तो स्टार्ट होके पॉजिटिव इनफिनिटी तक, ठीक है। डोमेन्स देखो, मैं एक्स की वैल्यू 1 पुट की तो 0 बन गया, 2 पुट की तो 1 बन गया, 3 पुट किया तो 2 बन जाना। बट हुण इस फंक्शन में मैं डायरैक्ट फंक्शन मेरे को की सी दिस, तो इस फंक्शन में मैं किहदे कोल रखता, वाई दे। तो वाई इज इक्वल वाई ये बराबर की टर्म हो गए, ठीक है। अगर आह टर्म मेरी ग्रेटर इक्वल टू 0 आ, इट मीनस आह वाली टर्म भी एज इट इज़ ग्रेटर और इक्वल टू 0 ही होएगी। तो इतने मतलब स्टार्टिंग ये कितों हो रही है कि 0 तो फंक्शन मेरी रेंज का फंक्शन कितों स्टार्ट होएगा, 0 टू लैके कितने तक जा सकता, पॉजिटिव इनफिनिटी, इक्वल 0 या फिर ग्रेटर 0। इक्वल 0 आ तो 0 आ गया, ग्रेटर 0 आ तो कोई भी पॉजिटिव नंबर आ सकता, सो ऑन तो इनफिनिटी, ठीक है। हुण एक आप एग्जाम्पल होर देख लैंदे आ, लैट एग्जाम्पल लेट x स्क्वेयर एंड gx गिवन है तुहाडे कोल 2x + 1, ठीक है जी। फर्स्ट उन्होंने की फाइंड करने को बोलिया आ दिस, दैन सैकेंड उन्होंने बोलिया आ f - g, दैन थर्ड उन्होंने बोलिया आ f/g रेसिप्रोकल, ठीक है। एडिटिव, सबट्रैक्शन और रेसिप्रोकल। तो फंक्शन मेरे को गिवन आ सोल्यूशन च देखो, फंक्शन गिवन आ x स्क्वेयर, दैन gx केड़ा फंक्शन गिवन है 2x + 1। फर्स्ट उन्होंने क्या एडिटिव, तो की हो गया f + g कितना बन जाऊगा fx + gx। तो fx कितना x स्क्वेयर प्लस gx कितना 2x + 1, यदा आंसर आ गया। नेक्स्ट किया सबट्रैक्शन, f - gx, तो की बन गया fx - gx, तो कितना हो गया x स्क्वेयर, दैन gx का फंक्शन -2x + 1, तो की बन गया x स्क्वेयर - 2x प्लस माइनस माइनस द 1 आंसर, ठीक है जी। हम नैक्सट देखो थर्ड उन्होंने की बोलिया f/g(x), तो की बन गया fx/gx। fx का आंसर कितना x स्क्वेयर और gx का आंसर कितना आ गया थाडे कोल 2x + 1, ठीक है जी। हम gx का आंसर की है 2x + 1, मतलब एक तरह का रैशनल बनता पाया, तो इट मीनस 2x + 1 नॉट इक्वल टू 0 हो जाएगा, ठीक है। तो फिर इसका मतलब की हो गया कि x का आंसर 2x, आ वाला 1 मेरा उधर जाके किहड़ा हो गया नॉट नैगेटिव बनता, तो 2 मल्टीप्लाई उधर जाके किहड़ा हो गया डिवाइड का, ठीक है। एक्स का आंसर मतलब मैं -1/2 नीचे नहीं पुट कर सकती, अगर पुट कर दूँगी नीचे की बन जाना 0, और 0 मतलब नॉट डिफाइंड, अपना नीचे तो कदे 0 डिनोमीनेटर च 0 बनना ही नहीं चाहिए, ठीक है जी। आई होप सारे ने समझ आया होगा। ओ सॉरी लास्ट भी से एक होर उन्होंने पूछा आ फोर्थ मल्टीप्लाई वाला f/g(x), f(g(x), तो की बन जाऊगा fx × gx, x स्क्वेयर gx का फंक्शन कितना सी 2x - 1, तो की बन जाऊगा 2x³ - x स्क्वेयर, ठीक है जी, ठीक है। माइनस का फंक्शन नहीं पॉजिटिव का आ, सॉरी पॉजिटिव का फंक्शन। आई होप हुण तुहानूं समझ लग गया होगा किद्दां अप्लाई करनी है आपां प्रॉपर्टीज़, ठीक है। थैंक यू, कर लियो हुण सारे जाने, अगर कोई प्रॉब्लम आऊगी पुछ लियो। एग्जाम्पल्स इन्हां दियां बहुत ईजी आ, जस्ट तुसीं एक कंसनट्रेट करना तो इन्हां दे इंपॉर्टेंट फंक्शन ते, फिर तुहाडी एग्जाम्पल्स अपने आप हो जानियां है।